ਡਾਕਟਰੀ ਪੇਸ਼ਾ ਇੱਕ ਮਹੱਤਵਪੂਰਨ ਖਿੱਤਾ ਹੈ। ਕਹਿੰਦੇ ਨੇ ਕਿ ਪਰਮਾਤਮਾ ਤੋਂ ਬਾਅਦ ਜੇਕਰ ਧਰਤੀ ਤੇ ਕੋਈ ਹੁੰਦਾ ਹੈ ਤਾਂ ਉਹ ਹੁੰਦਾ ਹੈ ਡਾਕਟਰ, ਜੋ ਕਿ ਮਨੁੱਖ ਨੂੰ ਤੰਦਰੁਸਤ ਵੀ ਕਰਦਾ ਹੈ ਤੇ ਬਚਾਉਣ ਦੀ ਕੋਸ਼ਿਸ਼ ਵੀ ਕਰਦਾ ਹੈ। ਕੈਲੀਫੋਰਨੀਆ ਦੇ ਸ਼ਹਿਰ ਬੇਕਰਸਫੀਲਡ ਵਿਖੇ ਡਾਕਟਰ ਮਨਵੀਰ ਸਿੰਘ ਇੱਕ ਉੱਚ ਕੋਟੀ ਦੇ ਡਾਕਟਰ ਨੇ। ਉਹਨਾਂ ਦੇ 2 ਹਸਪਤਾਲ ਨੇ ਜਿੱਥੇ ਮਰੀਜ਼ਾਂ ਦਾ ਇਲਾਜ ਕਰ ਉਹ ਮਨੁੱਖੀ ਸੇਵਾ ਨਿਭਾ ਰਹੇ ਨੇ। ਹਰ ਮਰੀਜ਼ ਦਾ ਇਲਾਜ ਉਹ ਆਪਣਾ ਦੁੱਖ ਸਮਝ ਕੇ ਕਰਦੇ ਨੇ। ਉਹਨਾਂ ਦਾ ਯੋਗ ਤੇ ਮਿਹਨਤੀ ਸਟਾਫ ਉਹਨਾਂ ਦੀ ਪੂਰੀ ਮਦਦ ਕਰਦਾ ਹੈ ਤੇ ਇਸ ਯੋਗਦਾਨ ਵਿੱਚ ਉਹਨਾਂ ਦਾ ਪਰਿਵਾਰ ਵੀ ਉਹਨਾਂ ਦੇ ਨਾਲ ਹੈ। ਡਾਕਟਰ ਮਨਵੀਰ ਸਿੰਘ ਨਾ ਸਿਰਫ ਆਪਣੇ ਡਾਕਟਰੀ ਪੇਸ਼ੇ ਵਿੱਚ ਬਲਕਿ ਸਮਾਜਿਕ ਕੰਮਾਂ ਵਿੱਚ ਵੀ ਆਪਣੀ ਸੇਵਾ ਨਿਭਾ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਡਾਕਟਰ ਮਨਵੀਰ ਸਿੰਘ ਜੀ ਨੂੰ 1972 ਤੋਂ ਜਾਣਦਾ। ਅਸੀਂ ਦੋਵਾਂ ਇੱਕੋ ਹੀ ਮੈਡੀਕਲ ਸਕੂਲ 'ਚ ਐਜੂਕੇਸ਼ਨ ਲਈ ਹੈ ਤੇ ਇਹ 1972 'ਚ ਉੱਥੇ ਐਡਮਿਟ ਹੋਏ ਨੇ ਤੇ ਮੈਂ 1973 'ਚ ਉੱਥੋਂ ਬਾਹਰ ਨਿਕਲਣ ਦੀ ਤਿਆਰੀ ਕਰ ਰਿਹਾ ਸੀ। ਮੈਂ ਹੁਣ ਪਿਛਲੇ 40 ਸਾਲਾਂ ਤੋਂ ਇੰਗਲੈਂਡ ਵਿੱਚ ਸੈਟਲ ਹਾਂ। ਮੈਂ ਪਹਿਲੀ ਵਾਰ USA 1989 ਤੇ 90 ਦੇ ਵਿੱਚ ਆਇਆ ਸੀਗਾ। ਉਸ ਵੇਲੇ ਮੈਂ ਉਹਨਾਂ ਨੂੰ ਯੰਗਸਟਾਊਨ ਵਿੱਚ ਮਿਲਿਆ ਸੀ ਤੇ ਉਸ ਵੇਲੇ ਹੀ ਉਹਨਾਂ ਦੇ ਬੇਟੇ ਬਲਮੀਤ ਸਿੰਘ ਦਾ ਉੱਥੇ ਜਨਮ ਹੋਇਆ ਸੀਗਾ ਤੇ ਇਹਨਾਂ ਦੇ ਮਾਮਾ ਜੀ ਕਰਤਾਰ ਸਿੰਘ ਟੁਟੇਜਾ ਨਾਲ ਵੀ ਮੇਰੀ ਉਹਨਾਂ ਤੋਂ ਮੁਲਾਕਾਤ ਹੋਈ ਸੀ। ਇਸ ਤੋਂ ਬਾਅਦ ਦੂਜੀ ਵਾਰੀ ਇਹਨਾਂ ਨਾਲ ਮੇਰੀ ਮੁਲਾਕਾਤ ਦਿਲਾਨੋਂ ਹੋਈ ਹੈ, ਜਿਸ ਵੇਲੇ ਆਪਣੀ ਪ੍ਰੈਕਟਿਸ ਉੱਤੇ ਸੈਟਲ ਕਰ ਰਹੇ ਸੀਗੇ। ਇਹ ਆਪਣੀ ਪ੍ਰੈਕਟਿਸ ਵਿੱਚ ਕਾਫੀ ਮਿਹਨਤ ਕਰਦੇ ਰਹੇ ਨੇ, ਕਾਫੀ ਇਹਨਾਂ ਨੇ ਆਪਣਾ ਇਮਾਨਦਾਰੀ ਨਾਲ ਕੰਮ ਕੀਤਾ ਹੈ ਤੇ ਦੂਜੀ ਪ੍ਰੈਕਟਿਸ ਮੈਂ ਪਾਰਲੈਂਡ ਵੀ ਸ਼ੁਰੂ ਕਰ ਲਈ ਉਹਨਾਂ ਦੀ। ਤੇ ਇਸ ਤੋਂ ਇਲਾਵਾ ਪ੍ਰੈਕਟਿਸ ਦੇ ਇਲਾਵਾ ਮਰੀਜ਼ਾਂ ਦੀ ਸੇਵਾ ਦੇ ਇਲਾਵਾ ਇਹਨਾਂ ਦਾ ਆਪਣਾ ਗੁਰਦੁਆਰੇ ਤੇ ਸਿੱਖੀ ਸਮਾਜ ਵਿੱਚ ਹੀ ਕਾਫੀ ਯੋਗਦਾਨ ਹੈਗਾ। ਗੁਰਦੁਆਰੇ ਦੇ ਕਿਸੇ ਕੰਮ 'ਚ ਪਿੱਛੇ ਨਹੀਂ ਰਹੇ, ਆਪਣੀ ਸੁਸਾਇਟੀ ਦੇ ਕਿਸੇ ਬੰਦੇ ਦੀ ਮਦਦ ਕਰਨੀ ਹੋਵੇ ਉਹਦੇ ਵਿੱਚ ਪਿੱਛੇ ਨਹੀਂ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਡਾਕਟਰ ਮਨਵੀਰ ਸਿੰਘ ਜੀ ਨੂੰ ਤਕਰੀਬਨ 10 ਸਾਲ ਤੋਂ ਜਾਣਦਾ ਜੀ। ਡਾਕਟਰ ਮਨਵੀਰ ਸਿੰਘ ਇੱਕ ਮਹਾਨ ਡਾਕਟਰ ਹੋਣ ਦੇ ਨਾਤੇ ਇੱਕ ਮਹਾਨ ਸਿੱਖ ਵੀ ਹਨ, ਜਿਨ੍ਹਾਂ ਨੇ ਸਿੱਖੀ ਵਾਸਤੇ ਬਹੁਤ ਕੁਝ ਕੀਤਾ ਹੈ। ਉਹਨਾਂ ਨੇ 9/11 ਦੇ ਵਿੱਚ ਆਪਣੀ ਜੇਬ 'ਚੋਂ ਪੈਸੇ ਲਾ ਕੇ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਸਿੱਖ ਇੱਕ ਵੱਖਰੀ ਕੌਮ ਹੈ ਤੇ ਅਮਨ ਪਸੰਦ ਕੌਮ ਹੈ। ਡਾਕਟਰ ਸਾਹਿਬ ਸਕਸੈਸਫੁਲ ਡਾਕਟਰੀ ਬਿਜ਼ਨਸ ਵੀ ਕਰਦੇ। ਡਾਕਟਰ ਸਾਹਿਬ ਦੇ ਆਰਥਿਕ ਤੇ ਦੂਸਰੇ ਕੰਮ ਵੀ ਕਾਫੀ ਕਰਦੇ ਹਨ। ਮੈਂ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਮਹਾਰਾਜ ਉਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ। ਡਾਕਟਰ ਮਨਵੀਰ ਸਿੰਘ ਤੇ ਮੈਂ ਅਸੀਂ 1984 ਵਿੱਚ ਸਾਡੀ ਮੈਰਿਜ ਹੋਈ ਸੀ ਤੇ ਤਾਂ ਤੋਂ ਹੀ ਅਸੀਂ ਇਕੱਠੇ ਹੈਗੇ ਹਾਂ, ਜਾਣਦੇ ਹਾਂ ਇੱਕ ਦੂਸਰੇ ਨੂੰ। ਤੇ he has always been very creative, ਬਹੁਤ ਨਾਈਸ ਐਂਡ ਹਰ ਇੱਕ ਚੀਜ਼ ਵਿੱਚ ਇਨਵੋਲਵ ਹੁੰਦੇ ਹੈ ਜਿੱਥੇ ਕਿ ਕਰਨ ਦੀ ਲੋੜ ਹੁੰਦੀ ਹੈ, ਸੇਵਾ ਦੀ ਲੋੜ ਹੁੰਦੀ ਹੈ ਜਾਂ ਬੱਚਿਆਂ ਦੇ ਐਜੂਕੇਸ਼ਨ ਦੀ ਲੋੜ ਹੈ, ਪੰਜਾਬੀ ਲੈਂਗੁਏਜ ਦੇ ਪ੍ਰਮੋਸ਼ਨ ਦੀ ਲੋੜ ਹੈ, ਹਮੇਸ਼ਾ ਹੀ ਹੈ ਉਹਨੂੰ ਪ੍ਰਮੋਟ ਕਰਦੇ ਹੈਗੇ। ਡਾਕਟਰ ਮਨਵੀਰ ਸਿੰਘ ਜੀ ਬਹੁਤ ਹੀ ਅੱਛੇ ਹੈਗੇ। ਉਹਨਾਂ ਨੇ ਬਹੁਤ ਸੇਵਾ ਕੀਤੀ ਹੈ। ਉਹਨਾਂ ਨੇ ਆਪਣੇ ਸਮਾਜ ਸੇਵਾ ਬਹੁਤ ਕੀਤੀ ਹੈ। ਬਹੁਤ ਅੱਛੇ ਡਾਕਟਰ ਹੈਗੇ ਤੇ ਅਸੀਂ ਉਹਨਾਂ 'ਤੇ ਬਹੁਤ ਪ੍ਰਾਊਡ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਡਾਕਟਰ ਮਨਵੀਰ ਸਿੰਘ ਹੁਣਾਂ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਦਾ। ਅੱਜ ਤੋਂ ਨਹੀਂ 30-35 ਸਾਲ ਹੋ ਗਏ ਮੇਰੇ ਇਹਨਾਂ ਨਾਲ ਚੰਗੇ ਗੁੱਡ ਰਿਲੇਸ਼ਨ ਆ ਵੀ ਇਹ ਸਿੱਖ ਕੌਮ ਦੀ ਵੱਧ ਚੜ੍ਹ ਕੇ ਮਦਦ ਕਰਦੇ ਆ। ਪਿੱਛੇ 9/11 ਹੋਇਆ ਉਦੋਂ ਇਹਨਾਂ ਨੇ ਬਹੁਤ ਮਦਦ ਕੀਤੀ। ਇੱਕ ਬੰਦਾ ਆਪਦੀ ਆਇਡੈਂਟੀਫਾਈ ਦਿਖਾਉਣ ਵਾਸਤੇ ਇੱਕ ਬੰਦੇ ਨੂੰ ਗੋਲੀ ਮਾਰਤੀ ਸੀ, ਪੰਪ 'ਤੇ ਗੈਸ ਸਟੇਸ਼ਨ 'ਤੇ ਕੰਮ ਕਰਦਾ ਸੀ ਤੇ ਉਦੋਂ ਡਾਕਟਰ ਸਾਹਿਬ ਉਹਨਾਂ ਨੇ ਆਪਣਾ ਯੋਗਦਾਨ ਪਾਇਆ ਵੀ TV ਵਿੱਚ ਐਡ ਦਿੱਤੀ ਸਿੱਖਾਂ ਦੀ ਪਛਾਣ ਵਾਸਤੇ ਵੀ ਆਪਣੇ ਕੋਲੋਂ ਇਹਨਾਂ ਨੇ ਪੱਲਿਓਂ ਪੈਸੇ ਲਾਏ। ਉਦੋਂ 30-40 ਹਜ਼ਾਰ ਡਾਲਰ ਇਹਨਾਂ ਨੇ ਖਰਚਿਆ ਆਪਦੇ ਕੋਲੋਂ। ਹੋਰ ਵੀ ਹੁਣ ਹੜ੍ਹ ਆਏ ਆ ਉਹਨਾਂ ਵਿੱਚ ਵੀ ਡਾਕਟਰ ਸਾਹਿਬ ਨੇ ਹਿੱਸਾ ਪਾਇਆ ਵਾ। ਸਿੱਖ ਕੌਮ ਵਾਸਤੇ ਡਾਕਟਰ ਸਾਹਿਬ ਬਹੁਤ ਵਧੀਆ ਕੰਮ ਕਰਦੇ ਆ, ਉਪਰਾਲੇ ਕਰਦੇ ਆ, ਕਿਸੇ ਗੱਲ ਤੋਂ ਵੀ ਇਹ ਪਿੱਛੇ ਨਹੀਂ ਹਟਦੇ। ਆਓ ਮੁਲਾਕਾਤ ਕਰਦੇ ਹਾਂ ਡਾਕਟਰ ਮਨਵੀਰ ਸਿੰਘ ਹੋਰਾਂ ਨਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਜਤਿੰਦਰ ਸਿੰਘ ਰੰਧਾਵਾ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੁਲਾਕਾਤ ਪ੍ਰੋਗਰਾਮ ਵਿੱਚ ਇੱਕ ਅਜਿਹੀ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜਿਹੜੇ ਕਿ ਪੇਸ਼ੇਵਾਰ ਵਜੋਂ ਤਾਂ ਇੱਕ MD ਡਾਕਟਰ ਹੈ, ਉਸ ਦੇ ਨਾਲ ਨਾਲ ਉਹਨਾਂ ਨੇ ਸਮਾਜ ਸੇਵੀ ਕੰਮਾਂ ਵਿੱਚ ਵੀ ਬੜਾ ਵਡਮੁੱਲਾ ਯੋਗਦਾਨ ਪਾਇਆ। ਸਿੱਖ ਆਇਡੈਂਟੀਟੀ ਬਣਾਉਣ ਵਿੱਚ ਉਹਨਾਂ ਦਾ ਇੱਕ ਅਹਿਮ ਰੋਲ ਆ ਤੇ ਉਸ ਦੇ ਨਾਲ ਨਾਲ ਇੱਕ ਸਿੱਖ ਵਜੋਂ ਉਹਨਾਂ ਨੇ ਫਿਲਮਾਂ ਵਿੱਚ ਵੀ ਕੰਮ ਕੀਤਾ। ਮੇਰੀ ਮੁਰਾਦ ਆ ਡਾਕਟਰ ਮਨਵੀਰ ਸਿੰਘ ਬੇਕਰਸਫੀਲਡ ਦੇ। ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਪੰਜਾਬ ਮੇਲ ਵਿੱਚ। ਵਾਹ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਮੈਂ ਜਿਵੇਂ ਦੱਸ ਕੇ ਹਟਿਆ ਕਿ ਤੁਸੀਂ ਇੱਕ ਸਫਲ ਡਾਕਟਰ ਹੋ, ਇਸੇ ਕਰਕੇ ਅਸੀਂ ਪੰਜਾਬ ਮੇਲ ਦੀ ਟੀਮ ਲੈ ਕੇ ਤੁਹਾਡੇ ਕੋਲ ਅੱਜ ਪਹੁੰਚੇ ਹਾਂ ਤੁਹਾਡੇ ਜੀਵਨ ਬਾਰੇ ਜਾਣਨ ਲਈ ਤੇ ਕੀ ਰਾਜ ਆ ਵੀ ਤੁਸੀਂ ਅੱਜ ਇੱਕ ਸਫਲ ਡਾਕਟਰ ਹੋ। ਸਭ ਤੋਂ ਪਹਿਲਾਂ ਤਾਂ ਅਸੀਂ ਇਹ ਜਾਣਨਾ ਚਾਹਾਂਗੇ ਕਿ ਤੁਸੀਂ ਕਿੱਥੋਂ ਆਪਣੀ ਸਿੱਖਿਆ ਹਾਸਲ ਕੀਤੀ ਹੈ ਤੇ ਕਿੰਨੀ ਕੁਆਲੀਫਿਕੇਸ਼ਨ ਤੁਹਾਡੀ। ਹਾਂਜੀ, ਮੈਂ ਤੁਹਾਡੀ ਗੱਲ 'ਚੋਂ ਹੀ ਗੱਲ ਨਿਕਲੀ ਹੈਗੀ। ਮੇਰੇ ਕੋਲ ਸਫਲਤਾ ਦੀ ਜਾਂ ਸਕਸੈਸ ਦੀ ਜਿਹੜੀ ਮੇਰੀ ਡੈਫੀਨੇਸ਼ਨ ਹੈ ਉਹ ਹੈਪੀਨੈਸ ਹੈ। ਜੇ ਤੁਸੀਂ ਖੁਸ਼ ਹੈਗੇ ਸਰੀਰਕ ਤੌਰ ਤੇ ਸੰਸਾਰਿਕ ਤੌਰ ਤੇ ਪਰਿਵਾਰਿਕ ਤੌਰ ਤੇ, ਉਹ ਤੁਹਾਡੀ ਸਫਲਤਾ ਹੈ। ਤਾਂ ਵਾਹਿਗੁਰੂ ਦੀ ਕਿਰਪਾ ਨਾਲ ਇਹ ਸਾਰੀ ਚੀਜ਼ਾਂ ਹੁੰਦੀਆਂ। ਮੈਂ ਜਿੱਦਾਂ ਹੁਣ ਇੰਦੌਰ ਮਹਾਤਮਾ ਗਾਂਧੀ ਮੈਮੋਰੀਅਲ ਮੈਡੀਕਲ ਕਾਲਜ ਤੋਂ ਗ੍ਰੈਜੂਏਟ ਹੋ ਕੇ ਯੰਗਸਟਨ ਓਹਾਇਓ ਗਿਆ, ਉੱਥੇ ਮੈਂ ਰੈਸੀਡੈਂਸੀ ਕੀਤੀ ਹੈ ਇੰਟਰਨਲ ਮੈਡੀਸਿਨ ਦੀ, ਔਰ ਇੱਥੇ ਆ ਕੇ ਪ੍ਰੈਕਟਿਸ ਸ਼ੁਰੂ ਕੀਤੀ ਹੈ ਕੈਲੀਫੋਰਨੀਆ ਵਿੱਚ। ਹਾਂਜੀ 20 ਤੋਂ ਪਹਿਲਾਂ ਮੈਂ 1981 ਮੈਂ ਅਮਰੀਕਾ ਆ ਗਿਆ ਸੀ ਜੀ। ਅੱਛਾ। ਤੇ 88 ਵਿੱਚ ਮੈਂ ਕੈਲੀਫੋਰਨੀਆ ਵਿੱਚ ਆ ਗਿਆ ਸੀ। ਸੋ 1988 ਤੋਂ ਲੈ ਕੇ ਹੁਣ ਤੱਕ ਮੈਂ ਕੈਲੀਫੋਰਨੀਆ ਵਿੱਚ ਹੀ ਹਾਂ ਜੀ। ਤੁਸੀਂ MD ਤੇ ਭਾਵੇਂ ਇੰਦੌਰ ਤੋਂ ਕੀਤੀ ਇੰਡੀਆ ਤੋਂ, ਤੇ ਉੱਥੇ ਕੀ ਗੱਲ ਤੁਸੀਂ ਪ੍ਰੈਕਟਿਸ ਕਿਉਂ ਨਹੀਂ ਕੀਤੀ? ਹਾਂਜੀ, ਮੇਰਾ ਡ੍ਰੀਮ ਸੀ, ਇੱਕ ਸੁਪਨਾ ਸੀ ਮੇਰਾ, ਬੈਟਰ ਫਿਊਚਰ। ਹਾਂਜੀ, ਬੈਟਰ ਫਿਊਚਰ, ਬੈਟਰ ਲਾਈਫ। ਉਹ ਮੇਰੇ ਮਾਮਾ ਜੀ ਜਿਹੜੇ ਸੀ ਕਰਤਾਰ ਸਿੰਘ ਖਨੂਜਾ, ਉਹ ਆਉਂਦੇ ਸੀ ਤੇ ਮੈਂ ਉਹਨਾਂ ਨੂੰ ਦੇਖ ਕੇ ਉਹ ਮੇਰੇ ਰੋਲ ਮਾਡਲ ਸੀ। ਅੱਛਾ। ਸੋ ਮੇਰਾ ਉੱਥੇ ਇੰਦੌਰ 'ਚ ਇੱਕ ਟਾਰਗੇਟ ਸੀ ਕਿ ਮੈਂ ਵੀ ਮਾਮਾ ਜੀ ਦੇ ਨਕਸ਼ੇ ਕਦਮਾਂ 'ਤੇ ਚੱਲਾਂਗਾ ਤੇ ਅਮਰੀਕਾ ਜਾਵਾਂਗਾ। ਉਹਨਾਂ ਨੇ ਕਿਹਾ ਸੀ ਜੇ ਅਮਰੀਕਾ ਆਉਣਾ ਹੈ ਤੇ ਡਾਕਟਰ ਬਣਨਾ ਪਏਗਾ। ਵਾਹ, ਇਹ ਚੰਗੀ ਗੱਲ ਹੈ ਜੀ। ਕੋਈ ਤੁਹਾਡਾ ਇੱਕ ਏਮ ਬਣ ਗਿਆ ਵੀ ਲਾਈਫ 'ਚ ਤੁਸੀਂ ਕੀ ਕਰਨਾ। ਛੋਟੀ ਉਮਰ 'ਚ ਹੀ ਤੁਹਾਨੂੰ ਇਹ ਹੋ ਗਿਆ ਵੀ ਵੀ ਮੈਂ ਡਾਕਟਰ ਬਣਾ, ਉਹਦੀ ਕੁਆਲੀਫਿਕੇਸ਼ਨ ਮੈਂ ਲਵਾਂ, ਸਿੱਖਿਆ ਲਵਾਂ, ਤੇ ਉਸ ਕਰਕੇ ਤੁਹਾਨੂੰ ਇੱਕ ਲਾਲਚ ਪੈ ਗਿਆ ਕਿ ਅਮਰੀਕਾ ਜਾਣਾ ਤੇ ਡਾਕਟਰ ਬਣਨਾ। ਤੁਹਾਨੂੰ ਦੋਵੇਂ ਕੰਮ ਜਿਹੜੇ ਡ੍ਰੀਮ ਸੀ ਜਿਹੜੇ ਉਹ ਪੂਰੇ ਹੋ ਗਏ। ਹਾਂਜੀ, ਮੈਂ ਉਹਨਾਂ ਨੂੰ ਦੇਖਦਾ ਸੀ ਕਿ ਜਦੋਂ ਏਅਰਪੋਰਟ 'ਤੇ ਆਉਂਦੇ ਸੀ ਕਦੇ ਸਾਲ 2 ਸਾਲ 'ਚ ਇੱਕ ਵਾਰੀ, ਤੇ ਕਰੀਬ 25-30 ਕਾਰਾਂ, ਬਹੁਤ ਸਾਰੇ ਲੋਕ ਉਹਨਾਂ ਨੂੰ ਲੈ ਕੇ ਪੁਸ਼ਪਹਾਰ ਜਿਹੜੇ ਆ ਫੁੱਲਾਂ ਦੇ ਨਾਲ ਉਹਦਾ ਸਵਾਗਤ ਕਰਕੇ, ਜਿੱਦਾਂ ਕੋਈ ਜਲੂਸ ਹੁੰਦਾ ਉਸ ਰੂਪ ਵਿੱਚ ਉਹਨਾਂ ਨੂੰ ਲੈ ਕੇ ਜਾਂਦੇ ਸੀ। ਔਰ ਮਤਲਬ ਨਈ ਦੁਨੀਆ ਉੱਥੇ ਦਾ ਜਿਹੜਾ ਨਿਊਜ਼ਪੇਪਰ ਉਹਦੇ 'ਚ ਆ ਜਾਂਦਾ ਸੀ ਕਿ ਡਾਕਟਰ ਖਨੂਜਾ ਫਰੋਮ USA ਇਜ਼ ਹੀਅਰ। ਉਹ ਖਬਰ ਜਦੋਂ ਫੈਲਦੀ ਸੀ ਔਰ ਪੂਰੇ ਸ਼ਹਿਰ ਵਿੱਚ ਇੱਕ ਖੁਸ਼ੀ ਦੀ ਲਹਿਰ ਹੁੰਦੀ ਸੀ ਕਿ ਵੀ 2-3 ਹਫ਼ਤੇ ਵਾਸਤੇ ਇੱਥੇ ਆ ਰਹੇ ਨੇ। ਸੂਟਡ ਬੂਟਡ ਟਾਈ ਲਗਾ ਕੇ, ਵੈਰੀ ਵੈਲ ਡਿਫਾਈਨਡ ਪਰਸਨੈਲਿਟੀ, ਵੈਰੀ ਪੋਲਾਈਟ ਪਰਸਨ, ਉਹ ਮੇਰੇ ਵਾਸਤੇ ਇੱਕ ਰੋਲ ਮਾਡਲ ਬਣ ਚੁੱਕੇ ਸੀ ਤੇ ਉਹਨਾਂ ਦੀ ਮੈਂ ਨਕਲ ਉਤਾਰਨਾ ਚਾਹੁੰਦਾ ਸੀ। ਵੈਰੀ ਗੁੱਡ। ਤੇ ਤੁਸੀਂ ਆਪਣੇ ਨੂੰ ਕੀ ਅੱਜ ਦੀ ਡੇਟ ਸੋਚ ਰਹੇ ਹੋ, ਸਮਝ ਰਹੇ ਹੋ ਕਿ ਮੈਂ ਉਹਨਾਂ ਦੇ ਜਿਹੜੀ ਨਕਲ ਆ ਉਹ ਪੂਰੀ ਕਰ ਚੁੱਕਾ ਕਿ ਹਾਲੇ ਕੋਈ ਕਸਰ ਰਹਿੰਦੀ ਹੈ? ਇਹ ਜ਼ਿੰਦਗੀ ਦਾ ਪੜਾਅ ਹੈ ਜੀ, ਜ਼ਿੰਦਗੀ ਚੱਲਦੀ ਜਾਂਦੀ ਹੈ। ਉਹਨਾਂ ਦੇ ਨਾਲ ਰਹਿ ਕੇ ਮੈਂ ਇੱਕ ਵੈਲ ਮੈਨਰਡ ਪਰਸਨ, ਨੰਬਰਤਾ, ਪੋਲਾਈਟਨੈਸ, ਐਜੂਕੇਸ਼ਨ ਦੇ ਵਾਸਤੇ ਮੈਂ ਆਪਣਾ ਯਾਤਰਾ ਸ਼ੁਰੂ ਕੀਤੀ ਹੈ। ਮੇਰੇ ਖਿਆਲ ਹਰੇਕ ਮਾਈਗ੍ਰੈਂਟ ਦੀ ਇੱਕ ਸਟਰਗਲ ਵਾਲੀ ਲਾਈਫ ਹੁੰਦੀ ਹੈ ਤੇ ਮੈਂ ਵੀ ਉਹਦੇ 'ਚੋਂ ਲੰਘਿਆ। ਸ਼ੁਰੂ ਵਿੱਚ ਤੁਹਾਨੂੰ ਆਪਣੇ ਪੈਰਾਂ 'ਤੇ ਖੜੇ ਹੋਣੇ ਵਾਸਤੇ ਮਿਹਨਤ ਤੇ ਕਰਨੀ ਪੈਂਦੀ ਹੈ। ਦੇयर इज़ नो ਸਬਸਟੀਟਿਊਟ ਆਫ ਹਾਰਡ ਵਰਕ। ਉਹ ਕਰਨਾ ਪੈਂਦਾ, ਉਹ ਮੈਂ ਕੀਤਾ ਹੈ। ਠੀਕ ਹੈ। ਜਦੋਂ ਬੰਦਾ ਇੰਡੀਆ 'ਚ ਆਪਣੀ ਕੁਆਲੀਫਿਕੇਸ਼ਨ ਲੈਂਦਾ ਤੇ ਅਮਰੀਕਾ 'ਚ ਆਉਂਦਾ, ਬੜਾ ਡਿਫਰੈਂਟ ਹੁੰਦਾ ਕੰਮ। ਉੱਥੇ ਤੁਸੀਂ ਹੋਰ ਤਰੀਕੇ ਨਾਲ ਪੜ੍ਹਿਆ ਹੁੰਦਾ, ਇੱਥੇ ਥੋੜ੍ਹਾ ਜਿਹਾ ਸਿਸਟਮ ਹੋਰ ਆ ਐਜੂਕੇਸ਼ਨ ਦਾ। ਕਿਸ ਤਰ੍ਹਾਂ ਇਹ ਸਾਰਾ ਲੈਵਲ ਕਰਦੇ ਹੋ ਇਸ ਚੀਜ਼ ਨੂੰ? ਬਿਲਕੁਲ, ਇੰਡੀਆ ਦਾ ਜਿਹੜਾ ਸਿਸਟਮ ਹੈ ਔਰ ਮੋਰ ਆਫ ਏ ਹਿਸਟਰੀ ਟੇਕਿੰਗ, ਜਿਸ ਨੂੰ ਅਸੀਂ ਕਹਿੰਦੇ ਹਾਂ, ਜਿਹੜਾ ਇਨੀਸ਼ੀਅਲ ਹੁੰਦਾ ਵੀ ਕੋਈ ਮਰੀਜ਼ ਆਇਆ ਵੀ ਤੁਹਾਨੂੰ ਕੀ ਬਿਮਾਰੀ ਹੈ, ਕਦੋਂ ਦੀ ਹੈ, ਕਿੰਨਾ ਟਾਈਮ ਹੋ ਗਿਆ, ਉਹ ਕਹਿੰਦੇ 50% ਪ੍ਰੋਬਲਮ ਤੇ ਪਤਾ ਲੱਗ ਜਾਂਦੀ ਹੈ ਉਹਦੇ ਨਾਲ ਬੈਠ ਕੇ ਗੱਲਬਾਤ ਕਰਨ ਨਾਲ। ਤੇ ਬਾਕੀ ਚੀਜ਼ਾਂ ਜਿਹੜੀ ਆ ਫਿਜ਼ੀਕਲ ਐਗਜ਼ਾਮੀਨੇਸ਼ਨ ਨਾਲ ਪਤਾ ਲੱਗ ਜਾਂਦੀਆਂ। ਤੇ ਜਿਹੜਾ ਉਹ ਲਾਸਟ ਪਾਰਟ ਹੁੰਦਾ ਇਨਵੈਸਟੀਗੇਸ਼ਨ ਕਰਨੇ, ਉਹ ਹਾਰਡਲੀ 10% ਰਹਿ ਜਾਂਦਾ। ਇਹ ਇੰਡੀਆ ਦੀ ਸੋਚ ਹੁੰਦੀ ਸੀ ਔਰ ਹੁੰਦੀ ਆਈ ਆ। ਤੇ ਇੱਥੇ ਆ ਕੇ ਇਨਵੈਸਟੀਗੇਸ਼ਨ ਇਜ਼ ਮੇਨ ਥਿੰਗ। ਗੱਲਬਾਤ ਬਾਅਦ ਵਿੱਚ ਕਿ ਪਹਿਲਾਂ MRI ਕਰਾ ਕੇ ਆਓ, ਕੈਟ ਸਕੈਨ ਕਰਾ ਕੇ ਆਓ, ਬਲੱਡ ਟੈਸਟ ਕਰਾ ਕੇ ਆਓ, ਫਿਰ ਤੁਹਾਡੇ ਨਾਲ ਗੱਲ ਕਰਾਂਗੇ। ਕੋਈ ਗੱਲ ਨਹੀਂ ਕਰਨੀ ਪਹਿਲਾਂ। ਉਸ ਤੋਂ ਪਹਿਲਾਂ ਗੱਲਬਾਤ ਤੇ ਫਿਜ਼ੀਕਲ ਐਗਜ਼ਾਮੀਨੇਸ਼ਨ ਦੀ ਜਗ੍ਹਾ ਇਨਵੈਸਟੀਗੇਸ਼ਨ ਤੇ ਜ਼ਿਆਦਾ ਮਰੀਜ਼ ਵੀ ਜਿਹੜਾ ਉਹ ਬਿਲੀਵ ਕਰਦਾ ਹੈ ਤੇ ਉਹ ਡਾਕਟਰ ਵੀ ਫਿਰ ਉਸ ਤਰ੍ਹਾਂ ਦਾ ਬਿਹੇਵੀਅਰ ਸ਼ੁਰੂ ਕਰ ਦਿੰਦੇ ਆ। ਮਤਲਬ ਬਿਲਕੁਲ ਅੰਦਰ ਤੱਕ ਵੜ ਕੇ ਸਾਰੀ ਬਿਮਾਰੀ ਉਹਦੀ ਕੱਢਦੇ ਆ, ਉਸ ਤੋਂ ਬਾਅਦ ਉਹਦਾ ਟ੍ਰੀਟਮੈਂਟ ਸ਼ੁਰੂ ਕਰਦੇ ਆ। ਫਿਰ ਕਹਿੰਦੇ ਤੇਰਾ ਨਾਂ ਕੀ ਹੈ? ਫਿਰ ਅੱਛਾ ਤੂੰ ਮਹਿੰਦਰ ਸਿੰਘ ਆ। ਇਹ ਥੋੜ੍ਹਾ ਜਿਹਾ ਪੁੱਠਾ ਹੈਗਾ। ਇੱਥੇ ਦਾ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਇੱਥੇ ਦਾ ਤਰੀਕਾ ਥੋੜ੍ਹਾ ਡਿਫਰੈਂਟ ਹੈ ਕਿ ਇਟਸ ਮੋਰ ਆਫ ਇਨਵੈਸਟੀਗੇਸ਼ਨਸ ਐਂਡ ਡਿਪੈਂਡੈਂਸੀ ਔਨ ਰਿਜ਼ਲਟਸ, ਉਸ ਤੋਂ ਜ਼ਿਆਦਾ ਹੈਗੀ।
ਮਤਲਬ ਤੁਸੀਂ ਅਗਰ ਐਗਜ਼ਾਮਿਨ ਨਹੀਂ ਕੀਤਾ ਔਰ ਉਹਦੀ ਲਿੰਫ ਨੋਡ ਹੀ ਪਾਲਪੇਟ ਨਹੀਂ ਕੀਤਾ ਹੈਗਾ ਔਰ ਸਿੱਧੇ ਕਹਿ ਰਹੇ ਹੋ ਇਹਨੂੰ ਟਿਊਬਰਕਲੋਸਿਸ ਹੈ ਕਿਉਂਕਿ ਸਾਡੀ ਟੈਸਟ ਹੈ ਕਹਿ ਰਹੀ ਹੈ ਜੀ ਇਹ ਫਰਕ ਹੈ। ਉਹ ਹਿਸਟਰੀ ਤੇ ਬਲੀਵ ਕਰਦੇ ਤੁਹਾਡਾ ਮਤਲਬ ਇੰਡੀਆ ਵਾਲੇ ਵੀ ਤੇਰੇ ਮਾਪਿਆਂ ਨੂੰ ਡਾਇਬਟੀਜ਼ ਹੈਗੀ ਸੀ, ਹੋ ਸਕਦਾ ਤੈਨੂੰ ਵੀ ਹੋ ਸਕਦਾ। ਹਾਂ ਯਾਨੀ ਉਹ ਅੰਦਾਜ਼ੇ ਜ਼ਿਆਦਾ ਲਾਉਂਦੇ ਆ ਤੇ ਜਿਹੜੀ ਸਾਇੰਟੀਫਿਕ ਚੀਜ਼ਾਂ ਬਣੀਆਂ ਉਧਰ ਘੱਟ ਧਿਆਨ ਦਿੰਦੇ ਆ। ਮੈਂ ਇੱਕ ਬੜੀ ਹਾਸੋਹੀਣੀ ਗੱਲ ਇੱਥੇ ਦੱਸਣਾ ਚਾਹੁੰਦਾ ਕਿ ਮੇਰੇ ਕੋਲ ਇੱਕ ਮਰੀਜ਼ ਆਇਆ ਤੇ ਆ ਕੇ ਮੈਨੂੰ ਕਹਿੰਦਾ ਹੈ ਕਿ ਮੈਂ ਤੁਹਾਡੇ ਕੋਲ ਆਇਆ ਐਮਬੀਐਨ ਇੱਕ ਦਵਾਈ ਹੁੰਦੀ ਹੈ ਰਾਤ ਨੂੰ ਨੀਂਦ ਵਾਸਤੇ ਲੈਣ ਵਾਸਤੇ ਜੀ ਤੇ ਕਹਿੰਦਾ ਮੈਂ ਇੱਥੇ ਆਇਆ ਔਰ ਆਉਂਦਿਆਂ ਉਸਨੇ ਮੈਨੂੰ ਇੱਕੋ ਗੱਲ ਕਹੀ ਕਿ ਮੈਨੂੰ ਐਮਬੀਐਨ ਲਿਖ ਦਿਓ ਜੀ। ਅੱਛਾ ਮੈਂ ਕਿਹਾ ਕੀ ਗੱਲ ਹੋਈ? ਕਹਿੰਦਾ ਹਫਤਾ ਹੋ ਗਿਆ ਮੈਂ ਨੀਂਦ ਨਹੀਂ ਆਉਂਦੀ ਰਾਤ ਨੂੰ ਤੇ ਮੈਂ ਆਇਆ ਮੈਨੂੰ 5 ਮਿਲੀਗ੍ਰਾਮ ਦੀ ਐਮਬੀਐਨ ਦਿਓ ਤੇ ਮੈਂ ਖਾਣਾ ਖਾਣ ਤੋਂ ਬਾਅਦ ਤੇ ਲਵਾਂ ਤਾਂ ਸੋ ਸਕਾਂ। ਅੱਛਾ ਸੋ ਮੇਰੀ ਆਦਤ ਜਿਹੜੀ ਇੰਡੀਅਨ ਆਦਤ ਹੈਗੀ ਉਹ ਮੈਂ ਕਿਹਾ ਤੂੰ ਬੈਠ ਜਾ ਪਹਿਲਾਂ ਗੱਲ ਤੇ ਕਰ ਲਈਏ ਕਿਤਨੇ ਸਮੇਂ ਤੋਂ ਨੀਂਦ ਨਹੀਂ ਆ ਰਹੀ, ਕਿੰਨਾ ਟਾਈਮ ਹੋ ਗਿਆ, ਮਕਾਨ ਤੇ ਨਹੀਂ ਬਦਲਿਆ, ਕੋਈ ਲੜਾਈ ਝਗੜਾ ਤੇ ਨਹੀਂ, ਕੋਈ ਦਰਦ ਤੇ ਨਹੀਂ ਹੁੰਦਾ, ਬੱਚਿਆਂ ਨਾਲ ਕੋਈ ਟੈਨਸ਼ਨ ਤੇ ਨਹੀਂ ਹੈ। 50 ਤਰ੍ਹਾਂ ਦੀ ਗੱਲਾਂ ਮੈਂ ਉਸ ਨਾਲ ਕਰਨਾ ਸ਼ੁਰੂ ਕੀਤੀਆਂ ਤੇ ਪਤਾ ਲੱਗਿਆ ਕਿ ਉਹ ਨਵੇਂ ਅਪਾਰਟਮੈਂਟ ਵਿੱਚ ਮੂਵ ਹੋਇਆ, 2nd ਫਲੋਰ ਤੇ ਉਹਦਾ ਬੈੱਡ ਹੈ ਤੇ ਖਿੜਕੀ ਦੇ ਨਾਲ ਉਹਦਾ ਬਿਸਤਰ ਹੈਗਾ ਤੇ ਕਹਿੰਦਾ ਮੈਂ ਸੋ ਜਾਂਦਾ ਪਰ ਅੱਧੀ ਰਾਤ ਨੂੰ ਮੇਰੀ ਨੀਂਦ ਖੁੱਲ ਜਾਂਦੀ ਹੈ ਔਰ ਉਸ ਤੋਂ ਬਾਅਦ ਮੈਂ ਸੋ ਨਹੀਂ ਪਾਉਂਦਾ, ਇਹ ਮੇਰੀ ਬਿਮਾਰੀ ਹੈ। ਸੋ ਫਿਰ ਗੱਲਾਂ ਕਰਨ ਵਾਲਿਆਂ ਪਤਾ ਲੱਗਿਆ ਕਿ ਉਹ ਤੇ ਜਿਹੜੀ ਐਮਟ੍ਰੈਕ ਟ੍ਰੇਨ ਹੈ ਉੱਥੋਂ ਨਿਕਲਦੀ ਹੈ ਰਾਤ ਨੂੰ 11 ਵਜੇ ਨਿਕਲਦੀ ਹੈ, ਉਹ ਜਿਹੜਾ ਖੜਕਾ ਹੁੰਦਾ ਹੈ ਉਹ ਡਿਸਟਰਬ ਕਰਦਾ ਹੈਗਾ ਉਹਨੂੰ, ਫਿਰ ਉਹ ਵਿਚਾਰਾ ਸੋ ਨਹੀਂ ਪਾਉਂਦਾ ਹੈਗਾ। ਮੈਂ ਕਿਹਾ ਮੈਂ ਤੈਨੂੰ ਐਮਬੀਐਨ ਨਹੀਂ ਦੇਵਾਂਗਾ ਜੀ, ਇਹ ਹੈਬਿਟ ਫਾਰਮਿੰਗ ਹੈ, ਮੈਂ ਰੋਜ਼ ਦਿਆਂਗਾ ਤੂੰ ਰੋਜ਼ ਮੰਗੇਗਾ ਰੋਜ਼ ਲੈਂਗਾ, ਉਹ ਫਿਰ ਤੇਰੀ ਆਦਤ ਪੈ ਜਾਏਗੀ ਕਿ ਨੀਂਦ ਦੀ ਗੋਲੀ ਦੇ ਲੈਣ ਤੋਂ ਬਗੈਰ ਮੈਂ ਸੋ ਨਹੀਂ ਸਕਦਾ। ਮੈਂ ਤੈਨੂੰ ਕੋਈ ਪ੍ਰਿਸਕ੍ਰਿਪਸ਼ਨ ਨਹੀਂ ਦੇਣਾ, ਤੂੰ ਰਾਈਟ ਏਡ ਜਾ ਉੱਥੋਂ ਜਾ ਕੇ ਈਅਰ ਪਲੱਗ ਲੈ ਲੈ, ਖਾਣਾ ਖਾਣ ਤੋਂ ਬਾਅਦ ਈਅਰ ਪਲੱਗ ਲਗਾ ਕੇ ਸੋ ਜਾ। ਹਫਤੇ ਬਾਅਦ ਮੈਨੂੰ ਆ ਕੇ ਦੱਸੀ ਹੈਵੀ ਸੀ ਉਹ ਪ੍ਰਾਈਵੇਟ ਪੇ, ਉਹਦੇ ਕੋਲ ਇੰਸ਼ੋਰੈਂਸ ਵੀ ਨਹੀਂ ਸੀ ਜੀ 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 ਤੇ ਵਾਕਈ ਉਸਨੇ ਫ਼ੋਨ ਕੀਤਾ ਆਇਆ ਨਹੀਂ। ਮੈਂ ਕਿਹਾ ਬੜਾ ਅੱਛਾ ਤੂੰ ਆਣਾ ਕਿਉਂਕਿ ਫालतू ਦਾ ਖਰਚਾ ਕਰੇਗਾ, ਐਵਰੀ ਵਿਜ਼ਿਟ ਇਜ਼ ਕਾਸਟਲੀ। ਜੀ ਸੋ ਸਿੰਪਲ ਸੋਲੂਸ਼ਨ ਫਾਰ ਬਿਗਰ ਪ੍ਰੋਬਲਮ ਜੀ ਜੀ ਹੈ ਨਾ। ਜੀ। ਇਹ ਨਾਲੇ ਇੰਡੀਆ 'ਚ ਤਾਂ ਡਾਕਟਰ ਸਾਹਿਬ ਇਸ ਤਰ੍ਹਾਂ ਮੈਂ ਦੇਖਿਆ ਬਹੁਤ ਸਾਰੇ ਡਾਕਟਰ, ਤੁਸੀਂ ਤਾਂ ਚਲੋ ਐਮਡੀ ਕਰਕੇ ਆਏ, ਉੱਥੇ ਤੇ ਅਜਿਹੇ ਡਾਕਟਰ ਹੁੰਦੇ ਆ ਜਿਹੜੇ ਆਰਐਮਪੀ ਆ, ਪਤਾ ਨਹੀਂ ਹੈਗੇ ਵੀ ਆ ਕਿ ਨਹੀਂ, ਉਹ ਹਾਂਜੀ ਐਵੇਂ ਉਹਨਾਂ ਨੇ ਬੋਰਡ ਲਾਏ ਹੁੰਦੇ ਆ ਤੇ ਕੋਈ ਨਾ ਉਹਨਾਂ ਨੂੰ ਪੁੱਛਦਾ, ਕੋਈ ਹੈਲਥ ਡਿਪਾਰਟਮੈਂਟ ਵਾਲਾ ਨਹੀਂ ਉਹਨਾਂ ਕੋਲ ਜਾਂਦਾ, ਜੇ ਜਾਂਦਾ ਪੈਸੇ ਲੈ ਕੇ ਵਾਪਸ ਆ ਜਾਂਦਾ। ਉਹਨਾਂ ਦਾ ਇਹ ਰੱਖਿਆ ਹੁੰਦਾ ਜੇ ਕਿਸੇ ਨੂੰ ਨਮੂਨੀਆ ਹੋ ਗਿਆ ਉੱਥੇ ਉਹਨਾਂ ਨੂੰ ਕੀ ਪਤਾ ਨਮੂਨੀਆ ਹੋਇਆ ਵੀ ਹੈ ਕਿ ਨਹੀਂ, ਤੁਹਾਡੇ ਵਾਲੀ ਗੱਲ ਵੀ ਉਹ ਟੈਸਟ ਕਰਦੇ ਵੀ ਨਹੀਂ। ਆਹ ਜੀ ਇਹਨੂੰ ਗੁਲਾਬੀ ਰੰਗ ਦੀ ਗੋਲੀ ਦੇ ਦਿਓ, ਉਹ ਨਾਲ ਆਪਣੇ ਕੰਪਾਊਂਡਰ ਨੂੰ ਕਹਿੰਦਾ ਗੁਲਾਬੀ ਰੰਗ ਦੀ ਗੋਲੀਆਂ ਪਾ ਦੇ ਇਹਨਾਂ ਨੂੰ। ਕੋਈ ਹੋਰ ਆਂਦਾ ਜ਼ੁਕਾਮ ਲੱਗਾ ਜਾਂ ਪੀਲੇ ਰੰਗ ਦੀਆਂ ਗੋਲੀਆਂ ਦੇ ਦੇ ਇਹਨਾਂ ਨੂੰ। ਮਤਲਬ ਉੱਥੇ ਕੋਈ ਬੰਦੇ ਦੀ ਵੈਲਿਊ ਹੀ ਹੈ ਨਹੀਂ ਗੀ ਜਿੰਨੀ ਵੈਲਿਊ ਅਮਰੀਕਾ 'ਚ। ਹਾਂਜੀ ਠੀਕ ਫਰਮਾਇਆ ਆਪਨੇ। ਮੈਂ ਵੀ ਜਦੋਂ ਛੋਟਾ ਹੁੰਦਾ ਸੀ, ਮੈਂ 26 ਸਾਲ ਤੱਕ ਤਾਂ ਇੰਡੀਆ ਹੀ ਰਿਹਾ ਨਾ ਜੀ। ਜੀ ਤੇ ਮੈਂ ਵੀ ਉਹ ਰੰਗ ਬਿਰੰਗੀਆਂ ਬੋਟਲ ਦੀਆਂ ਦਵਾਈਆਂ, ਪੇਟ ਦੁਖ ਰਿਹਾ ਤੇ ਇਹ ਪੀ ਲਿਓ ਉਹ ਪੀ ਲਿਓ ਕਰਦਾ ਚੱਲਦਾ ਰਿਹਾ, ਇਹ ਖਾ ਲਿਓ ਚੂਰਨ ਖਾ ਲਿਓ ਹੈ ਨਾ, ਤੇ ਉਹ ਸਾਰਾ ਚੱਲਦਾ ਰਿਹਾ। ਮੈਂ ਵਾਕਫੀ ਮੇਰੀ ਹੋਈ ਉਹਨਾਂ ਚੀਜ਼ਾਂ ਨਾਲ ਔਰ ਉਸ ਤੋਂ ਬਾਅਦ ਮੈਂ ਇੱਥੇ ਆਇਆ, ਮੇਰਾ ਬੇਸਿਕ ਕਲਚਰ ਤਾਂ ਇੰਡੀਅਨ ਹੀ ਨਾ। ਇੱਥੇ ਆ ਕੇ ਮੈਂ ਕੰਪੇਅਰ ਕੀਤਾ ਔਰ ਕੋਸ਼ਿਸ਼ ਕੀਤੀ ਹੈ ਕਿ ਇੱਥੇ ਆਪਾਂ ਹੋਰ ਚੰਗਾ ਬਣਨਾ ਹੈਗਾ ਪਰ ਆਪਣੀ ਬੁਨਿਆਦ ਨਹੀਂ ਛੱਡਣੀ। ਜੀ ਜੀ ਕਿਉਂਕਿ ਬੁਨਿਆਦ ਜਿਹੜੀ ਹੈ ਹਿਸਟਰੀ ਟੇਕਿੰਗ, ਫਿਜ਼ੀਕਲ ਐਗਜ਼ਾਮੀਨੇਸ਼ਨ, ਉਹਨੂੰ ਸਬਸਟੀਟਿਊਟ ਨਹੀਂ ਕਰ ਸਕਦੇ ਜੀ, ਬਿਲਕੁਲ ਠੀਕ। ਐਡ ਕਰ ਸਕਦੇ ਹੋਰ ਚੀਜ਼ਾਂ ਹੈ ਨਾ, ਕਿ ਜਿਹੜਾ ਸਾਇੰਸ ਨੇ ਤੁਹਾਨੂੰ ਹੋਰ ਚੀਜ਼ਾਂ ਦਿੱਤੀਆਂ ਉਹ ਕਰੋ ਪਰ ਉਹ ਬੁਨਿਆਦ ਨੂੰ ਨਾ ਭੁੱਲੋ ਕਿ ਤੁਸੀਂ ਫਿਰ ਵੀ ਮਰੀਜ਼ ਨਾਲ ਰਾਬਤਾ ਕਾਇਮ ਕਰਨਾ, ਉਹਦੀ ਅੱਖਾਂ ਵਿੱਚ ਅੱਖਾਂ ਪਾ ਕੇ ਬੈਠ ਕੇ ਉਹਦੀ ਜਾਣਕਾਰੀ ਲੈਣੀ ਹੈ। ਕਿਉਂਕਿ ਉਹ ਇੱਕ ਸਿਰਫ ਇੱਕ ਇਨਸਾਨ ਹੀ ਨਹੀਂ ਹੈਗਾ, ਉਹ ਇੱਕ ਕਿਸੇ ਦਾ ਫਾਦਰ ਹੋ ਸਕਦਾ ਹੈ, ਕਿਸੇ ਦਾ ਹਸਬੈਂਡ ਹੋ ਸਕਦਾ ਹੈ। तो ਉਹਦਾ जब तक टोटल पता ना लगे कि कौन है, कित्थों आया, की ਉਹਦਾ बैकग्राउंड है, उस नाल ਉਹ ਫੈਸਿਲਿਟੇਟ ਕਰਦਾ ਹੈ ਤੁਹਾਡੀ ਡਾਇਗਨੋਸਿਸ ਬਣਨ ਵਿੱਚ। ਸੋ ਉਹ ਚੀਜ਼ਾਂ ਬੜੀ ਮਦਦ ਕਰਦੀਆਂ ਔਰ ਉਹਦੇ ਕਰਕੇ ਆਪ ਜੀ ਜਿਹੜਾ ਉਹ ਦੱਸ ਰਹੇ ਸੀ ਨਾ ਕਿ ਵੀ ਸਕਸੈਸ ਦੀ ਕੀ ਡੈਫੀਨੇਸ਼ਨ, ਉਹ ਸਕਸੈਸ ਦਾ ਮਤਲਬ ਇਹ ਹੈ ਕਿ ਆਈ ਐਮ ਹੈਪੀ, ਮੇਰੇ ਕੋਲ ਬਹੁਤ ਪੇਸ਼ੈਂਟਸ ਆਉਂਦੇ ਔਰ ਦੂਰੋਂ ਦੂਰੋਂ ਆਉਂਦੇ ਆ। ਮੇਰੇ ਖਿਆਲ ਉਹਦੀ ਇਹ ਵੀ ਵਜ੍ਹਾ ਹੋਣੀ ਹੈ ਕਿ ਮੈਂ ਉਹਨਾਂ ਨੂੰ ਸੀਰੀਅਸਲੀ ਲੈਂਦਾ, ਉਹਨਾਂ ਨਾਲ ਆਪਣਾ ਰਾਬਤਾ ਕਾਇਮ ਕਰਦਾ, ਉਹਨਾਂ ਦਾ ਨਾਂ ਪਹਿਚਾਨਣਾ। ਉਹ ਫਿਰ ਰੈਫਲ ਵੀ ਕਰਦੇ ਆ ਵੀ ਉਹ ਜਿਹੜਾ ਡਾਕਟਰ ਉਹਨੇ ਟ੍ਰੀਟਮੈਂਟ ਮੇਰਾ ਚੰਗਾ ਕੀਤਾ ਤੇ ਤੁਸੀਂ ਵੀ ਉੱਥੇ ਹੀ ਜਾਓ ਜੇ ਕੋਈ। ਬੈਸਟ ਮਾਰਕੀਟਿੰਗ ਹੈ ਨਾ, ਉਹ ਬੈਸਟ ਮਾਰਕੀਟਿੰਗ ਹੈ। ਮਾਰਕੀਟਿੰਗ ਤਾਂ ਜ਼ਰੂਰੀ ਹੈ ਜੀ, ਭਾਵੇਂ ਉਹ ਪ੍ਰੋਫੈਸ਼ਨ ਤੁਹਾਡਾ ਇੱਕ ਡਾਕਟਰ ਦਾ, ਮਾਰਕੀਟਿੰਗ ਵੀ ਮਸਟ ਹੈ। ਇਸ ਤੋਂ ਪਹਿਲਾਂ ਕਿ ਆਪਾਂ ਤੁਹਾਡੀ ਮਾਰਕੀਟਿੰਗ ਵੱਲ ਤੁਰੀਏ, ਮੈਂ ਜਾਣਨਾ ਚਾਹਾਂਗਾ ਤੁਹਾਡੀ ਫੈਮਿਲੀ 'ਚ ਕੌਣ ਕੌਣ ਇੱਥੇ ਰਹਿੰਦੇ ਤੁਹਾਡੇ ਨਾਲ, ਜਾਂ ਕਿਸ ਤਰ੍ਹਾਂ ਹੈਗਾ ਸਾਰਾ? ਮੇਰੇ ਪਰਿਵਾਰ ਦਾ ਤੇ ਇਸ ਤਰ੍ਹਾਂ ਹੈਗਾ ਕਿ ਮੈਂ ਜਦੋਂ ਇੱਥੇ ਆਇਆ ਸੀ, ਇੱਥੇ ਆ ਕੇ ਮੇਰਾ ਵਿਆਹ ਹੋਇਆ। ਅੱਛਾ। ਮੈਂ ਜਦੋਂ ਆ ਗਿਆ 81 ਵਿੱਚ ਮੈਂ ਇੱਥੇ ਆ ਗਿਆ ਸੀ, 82 ਵਿੱਚ ਮੇਰੀ ਕੁੜਮਾਈ ਹੋਈ ਹੈ। ਅੱਛਾ ਜੀ। ਤੇ 84 ਵਿੱਚ ਮੇਰਾ ਵਿਆਹ ਹੋਇਆ। ਜਦੋਂ ਕੌਮ ਤੇ ਘੱਲੂਕਾਰਾ ਹੋਇਆ, ਮੇਰਾ ਪਰਸਨਲ ਵਿਆਹ ਉਸੇ ਸਾਲ ਹੋਇਆ 84। ਠੀਕ ਹੈ ਜੀ। ਤੇ ਉਹ ਮੈਨੂੰ ਹੱਸੀ ਵੀ ਆਉਂਦੀ, ਲੋਕੀ ਕਹਿੰਦੇ ਅੱਛਾ ਤੁਹਾਡਾ ਘੱਲੂਕਾਰਾ ਕਦੋਂ ਹੋਇਆ? ਮੈਂ ਕਹਿੰਦੀ ਮੇਰੇ ਲਾਈਫ ਵਿੱਚ ਜਿਹੜਾ ਚੰਗਾ ਪੜਾਅ ਆਇਆ ਪਰਸਨਲ ਲੈਵਲ ਤੇ, ਉਹ ਬਹੁਤ ਅੱਛਾ ਸੀ। 84 ਬੜਾ ਅੱਛਾ ਸਮਾਂ ਸੀ ਜਦੋਂ ਵਿਆਹ ਹੋਇਆ, ਪਾਰਟਨਰ ਮਿਲਿਆ। 84 ਤੋਂ ਬਾਅਦ ਫਿਰ ਮੈਂ ਜਦੋਂ ਇੱਥੇ ਆ ਗਿਆ, ਮੇਰੇ 3 ਬੱਚੇ ਹੈਗੇ। ਇੱਕ ਬੱਚਾ ਜਿਹੜਾ ਬਲਮੀਤ ਵੱਡਾ ਹੈਗਾ, ਉਹਦਾ ਜਨਮ ਉੱਥੇ ਯੰਗਸਟਾਊਨ ਹੋਇਆ ਸੀ।
ਤੇ ਉਹਦੀ ਵੀ ਲਾਈਫ ਬੜੀ ਸਟਰਗਲ, ਕਿਉਂਕਿ ਪ੍ਰੀਮੈਚੁਰ ਹੋਇਆ ਸੀ ਔਰ 3-4 ਮਹੀਨੇ ਤੱਕ ਬੜੀ ਸਟਰਗਲ ਕਰਕੇ ਅਸੀਂ ਉਹਨੂੰ ਪਾਲਿਆ ਪੋਸਿਆ ਵੱਡਾ ਕੀਤਾ। ਤੇ ਉਸ ਤੋਂ ਬਾਅਦ 2 ਬੱਚੀਆਂ ਹੈਗੀਆਂ, ਉਹ ਦੋਨੋਂ ਇੱਥੇ ਡਿਲੇਨੋ, ਇਹਦੇ ਨਾਲ ਹੀ ਆਪਣਾ ਟਾਊਨ ਹੈ ਬੇਕਰਸਫੀਲਡ ਦੇ ਨਾਲ। ਹਾਂ, ਰੰਧਾਵਾ ਸਾਹਿਬ ਜਦੋਂ ਤੁਸੀਂ ਉੱਥੋਂ ਸੈਕਰਮੈਂਟੋ ਤੋਂ ਆਉਂਦੇ ਹੋ ਤੇ ਡਿਲੇਨੋ ਪਹਿਲਾਂ ਆਉਂਦਾ ਤੇ 20 ਮਾਈਲਸ ਬਾਅਦ ਫਿਰ ਜਾਂ 30 ਮਾਈਲਸ ਬਾਅਦ ਬੇਕਰਸਫੀਲਡ ਆਉਂਦਾ ਹੈ। ਓਕੇ। ਤੇ ਉਹ ਡਿਲੇਨੋ ਅਸੀਂ ਰਹੇ ਹਾਂ, ਉੱਥੇ ਮੈਂ 22 ਸਾਲ ਰਿਹਾ ਤੇ ਉੱਥੇ ਹੀ ਇਹ ਦੋਨੋਂ ਬੱਚੀਆਂ ਹੋਈਆਂ। ਤੇ ਜਿਹੜੀ ਅਨੀਤ ਕੌਰ ਹੈ ਉਹ ਸੋਸ਼ਲ ਵਰਕਰ ਹੈ। ਕੀਰਤ ਕੌਰ ਜਿਹੜੀ ਹੈਗੀ ਉਹ ਰੈਸੀਡੈਂਸੀ ਕਰ ਰਹੀ ਹੈ, ਉਹ ਡਾਕਟਰੀ ਕਰ ਰਹੀ ਹੈ, ਉਹਦਾ ਦੂਜਾ ਸਾਲ ਚੱਲ ਰਿਹਾ। ਫੈਮਿਲੀ ਪ੍ਰੈਕਟਿਸ ਦੀ ਉਹ ਡਾਕਟਰ ਬਣੇਗੀ, ਫਰੈਜ਼ਨੋ ਵਿੱਚ ਰੈਸੀਡੈਂਸੀ ਕਰ ਰਹੀ ਹੈ। ਬੇਟਾ ਕੀ ਕਰ ਰਿਹਾ ਜੀ ਅਸਲ? ਬੇਟਾ ਜਿਹੜਾ ਹੈਗਾ ਉਹ ਪੈਰਾ ਕਰਕੇ ਇੱਕ ਟੈਕਨੀਕਲ ਕੰਪਨੀ ਹੈਗੀ ਜਿਹੜੀ ਕਿ ਗੈਜਟਸ ਬਣਾਉਂਦੀ ਹੈ ਰੈਸਟੋਰੈਂਟ ਵਿੱਚ ਆਨਲਾਈਨ ਆਰਡਰ ਕਰਨ ਦੇ। ਅੱਛਾ। ਨਿਊਯਾਰਕ ਬੇਸਡ ਕੰਪਨੀ ਹੈ ਤੇ ਉਹਦੇ ਵਾਸਤੇ ਉਹ ਇਹ ਜਿਹੜਾ ਰਿਮੋਟਲੀ ਅੱਜ ਕੱਲ੍ਹ ਕੰਮ ਹੁੰਦੇ ਆ ਉਹ ਵੀ ਰਿਮੋਟਲੀ ਕਰਦਾ ਹੈਗਾ, ਆਨਲਾਈਨ ਕੰਮ ਕਰਦਾ ਹੈਗਾ। ਤੇ ਉਹਦੀ ਵਾਈਫ ਜਿਹੜੀ ਉਹ ਅਕਾਊਂਟੈਂਟ ਹੈ, ਉਹ ਲੰਡਨ ਤੋਂ ਹੈ, ਇੰਗਲੈਂਡ ਤੋਂ। ਅੱਛਾ। ਤੇ ਹੁਣ ਇਸ ਵੇਲੇ ਉਹ ਕੱਲ੍ਹ ਹੀ ਗਏ ਆ ਉੱਥੇ, ਉਹਨਾਂ ਦਾ ਅਸਾਈਨਮੈਂਟ ਸੀ ਉੱਥੇ ਵਨਕੂਵਰ ਕੈਨੇਡਾ। ਓਕੇ। ਉੱਥੇ ਗਏ ਆ 2 ਮਹੀਨੇ ਵਾਸਤੇ ਤੇ ਉਹ ਆਨਲਾਈਨ ਕੰਮ ਕਰਦੇ, ਉਹਨਾਂ ਨੂੰ ਬੜੀ ਫਰੀडम ਹੈ, ਜਿੱਥੋਂ ਮਰਜ਼ੀ ਆਪਣਾ ਕੰਪਿਊਟਰ ਲੈ ਕੇ ਕਰ ਸਕਦੇ ਆ ਕੰਮ ਰਿਮੋਟ। ਚੰਗੀ ਗੱਲ ਹੈ ਜੀ, ਅੱਜ ਕੱਲ੍ਹ ਕਰੰਟ ਇਸ ਤਰ੍ਹਾਂ ਹੀ ਚੱਲ ਰਿਹਾ। ਹਾਂਜੀ। ਬਹੁਤ ਸਾਰੇ ਸਾਡੇ ਹੋਰ ਵੀ ਬੱਚੇ ਜਿਹੜੇ ਆ ਜਾਂ ਨੌਜਵਾਨ। 3 ਬੱਚੇ ਵਿਆਹੇ ਆ। ਵੈਰੀ ਗੁੱਡ, ਬਹੁਤ ਅੱਛੇ। ਭੈਣ ਜੀ ਤੁਹਾਡੇ ਨਾਲ? ਹਾਂ, ਵਾਈਫ ਮੇਰੇ ਨਾਲ ਹੈ, ਉਹ ਹਮੇਸ਼ਾ ਹੀ ਮੇਰੇ ਨਾਲ ਰਹੇ ਆ। ਉਹ ਆਫਿਸ ਵਿੱਚ ਜਿਹੜਾ ਮੈਨੇਜਮੈਂਟ ਪਾਰਟ ਹੈ, ਐਡਮਿਨਿਸਟ੍ਰੇਸ਼ਨ ਪਾਰਟ ਹੈ ਜੀ, ਉਹ ਸਾਰਾ ਉਹ ਕਰਦੇ ਆ। ਮੈਂ ਮਰੀਜ਼ ਦੇਖਣਾ, ਉਹ ਪੇਪਰ ਵਰਕ ਦਾ ਖਿਆਲ ਰੱਖਦੇ। ਉਹ ਵੀ ਬਹੁਤ ਜ਼ਰੂਰੀ ਹੈ, ਮੈਨੇਜਮੈਂਟ ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ, ਕਿਉਂਕਿ ਇਹਦੇ 'ਚ ਫਾਈਲਿੰਗ ਬਹੁਤ ਹੁੰਦੀ ਆ। ਹਰ ਮਰੀਜ਼ ਨੂੰ ਤੁਸੀਂ ਫਾਈਲਿੰਗ 'ਚ ਕਰਨਾ ਹੁੰਦਾ। ਹਾਂਜੀ, ਕਿਉਂਕਿ ਇਹ ਵੀ ਇੱਕ ਬਿਜ਼ਨਸ ਹੈ। ਇਸ ਬਿਜ਼ਨਸ ਜਾਂ ਤਾਂ ਤੁਸੀਂ ਨੌਕਰੀ ਕਰਦੇ ਨਾ, ਲੋਕ ਹੁਣ ਕਾਈਜ਼ਰ ਵਾਸਤੇ ਜਾਂ ਕਿਸੇ ਹਸਪਤਾਲ ਵਿੱਚ ਕੰਮ ਕਰਦੇ ਆ, ਉਹਨਾਂ ਦਾ ਇਤਨਾ ਐਡਮਿਨਿਸਟ੍ਰੇਟਿਵ ਕੰਮ ਨਹੀਂ ਹੁੰਦਾ। ਪਰ ਜਿਹੜੇ ਆਪਣੇ ਉਹ ਤਾਂ ਆਪਣੀ ਜੌਬ ਕਰਕੇ ਵਾਪਸ ਆ ਜਾਂਦੇ ਨੇ, ਪਰ ਪਿੱਛੋਂ ਤਾਂ ਉਹਨਾਂ ਦੇ ਇੰਪਲਾਈ ਤਾਂ ਹੁੰਦੇ ਹੀ ਆ ਨਾ, ਕਾਈਜ਼ਰ ਵੱਲੋਂ ਵੀ ਹੁੰਦੇ ਆ, ਉਹ ਮੈਨੇਜ ਕਰਦੇ ਸਾਰਾ। ਉਸੇ ਤਰੀਕੇ ਨਾਲ ਤੁਹਾਡਾ ਆਪਣਾ ਬਿਜ਼ਨਸ ਆ ਤੇ ਤੁਹਾਡੇ ਆਪਣਾ ਆਪ ਕਰਨਾ ਪੈਂਦਾ। ਬਿਲਕੁਲ। ਹੁਣ ਆਪਾਂ ਗੱਲ ਆਈ ਹੈ ਜੀ, ਬਿਜ਼ਨਸ ਤੁਹਾਡੇ ਕਿੱਥੇ ਕਿੱਥੇ ਐਸਟੈਬਲਿਸ਼ ਹੈਗੇ ਇੱਥੇ ਜਿਹੜੇ ਡਾਕਟਰੀ ਦੇ? ਮੇਰਾ ਪਹਿਲਾ ਬਿਜ਼ਨਸ ਜਿਹੜਾ ਸੀ ਉਹ ਮੈਂ ਸ਼ੁਰੂ ਕੀਤਾ ਸੀ 1989 ਵਿੱਚ ਸ਼ੁਰੂ ਕੀਤਾ ਸੀ ਜੀ। ਦੈਟ ਵਾਸ ਇਨ ਮੈਕਫਾਰਲੈਨ ਕੈਲੀਫੋਰਨੀਆ। ਉੱਥੇ ਬਜ਼ੁਰਗ ਕੋਈ ਡਾਕਟਰ ਸੀ, ਵੀਟਨ ਡਾਕਟਰ। ਕਿੱਥੇ ਪੈਂਦਾ ਮੈਕਫਾਰਲੈਨ? ਮੈਕਫਾਰਲੈਨ ਜਿਹੜਾ ਹੈਗਾ ਕਰੀਬ 6 ਮਾਈਲ ਗੋਇੰਗ ਸਾਊਥ ਫਰੋਮ ਡਿਲੇਨੋ। ਇਹ 99 ਤੇ ਆ ਜਾਂਦਾ? 99 ਦੇ ਉੱਪਰ ਹੀ ਆ ਜਾਂਦਾ ਹੈਗਾ। ਅੱਛਾ ਜੀ। ਬੇਕਰਸਫੀਲਡ ਤੋਂ ਜਦੋਂ ਜਾਈਏ ਉੱਧਰ? ਬੇਕਰਸਫੀਲਡ ਤੋਂ ਜਾਈਏ ਤੇ ਖੱਬੇ ਪਾਸੇ ਆਏਗਾ, ਉਦੋਂ ਡਿਲੇਨੋ ਤੋਂ ਆਓ ਤੇ ਸੱਜੇ ਪਾਸੇ ਆਏਗਾ। ਉੱਥੇ ਮੇਰਾ ਹਾਈਵੇ ਦੇ ਉੱਪਰ ਹੀ ਆਫਿਸ ਹੈ, ਮੈਕਫਾਰਲੈਨ ਸ਼ਹਿਰ ਹੈ। ਓਕੇ। ਜਿੱਥੇ ਕਿ ਹੁਣ ਫੇਮਸ ਮੈਕਫਾਰਲੈਨ ਬੜਾ ਹੋ ਗਿਆ, ਕਿਉਂਕਿ ਉੱਥੇ ਮੈਕਫਾਰਲੈਨ ਮੂਵੀ ਬਣੀ ਹੈ, ਬੜੀ ਵੱਡੀ ਮੂਵੀ ਬਣੀ ਸੀ, ਉਸ ਕਰਕੇ ਹੁਣ ਉਹ ਨਕਸ਼ੇ ਤੇ ਆ ਗਿਆ ਅਮਰੀਕਾ ਦੇ। ਜੀ। ਛੋਟਾ ਜਿਹਾ ਟਾਊਨ ਹੈ, 10-15 ਹਜ਼ਾਰ ਦੀ ਆਬਾਦੀ ਹੈ, 100% ਸਪੈਨਿਸ਼ ਪਾਪੂਲੇਸ਼ਨ ਹੈਗੀ ਉੱਥੇ। ਓਕੇ। ਦਸੰਬਰ ਜਨਵਰੀ ਸਾਰੇ ਮੈਕਸੀਕੋ ਚਲੇ ਜਾਂਦੇ ਆ, ਫਿਰ ਆ ਜਾਂਦੇ ਆ। ਜਦੋਂ ਜਿਵੇਂ ਹੁਣ ਤੁਸੀਂ ਦੱਸਿਆ ਕਿ ਬਹੁਤੇ ਜਿਹੜੇ ਉੱਥੇ ਲੋਕ ਰਹਿੰਦੇ ਆ ਉਹ ਮੈਕਸੀਕਨ ਕਮਿਊਨਿਟੀ 'ਚੋਂ ਹੈਗੇ ਆ, ਤੁਹਾਡੇ ਕੋਲ ਮੈਕਸੀਕਨ ਕਮਿਊਨਿਟੀ ਆ ਜਾਂਦੀ ਹੈ ਐਜ਼ ਏ ਸਿੱਖ, ਉਹਨਾਂ ਨੂੰ ਹੁੰਦਾ ਨਹੀਂ ਵੀ ਇਹ ਯਾਰ ਕਿਸੇ ਹੋਰ ਕਮਿਊਨਿਟੀ ਦਾ ਬੰਦਾ? ਬੜਾ ਵਧੀਆ, ਮੈਨੂੰ ਉਮੀਦ ਸੀ ਤੁਸੀਂ ਇਹ ਕੁਐਸਚਨ ਜ਼ਰੂਰ ਪੁੱਛੋਗੇ। ਮੈਨੂੰ ਕਈ ਵਾਰ ਸਰਪ੍ਰਾਈਜ਼ ਹੁੰਦਾ ਹੈ ਹਾਂਜੀ ਕਿ ਸਪੈਨਿਸ਼ ਲੋਕ ਜਿਨ੍ਹਾਂ ਨਾਲ ਨਾ ਤੇ ਮੇਰਾ ਧਰਮ ਮਿਲਦਾ ਹੈ ਜੀ ਤੇ ਨਾ ਮੇਰੀ ਗੱਲਬਾਤ ਮਿਲਦੀ, ਮੈਨੂੰ ਤਾਂ ਸਪੈਨਿਸ਼ ਆਉਂਦੀ ਨਹੀਂ ਹੈਗੀ ਜੀ ਜੀ ਪੱਕੀ ਤੋਂ ਉਹਨਾਂ ਥੋੜ੍ਹਾ ਬਹੁਤ ਮੈਂ ਬੋਲ ਲੈਣਾ ਉਹਨਾਂ ਦੇ ਨਾਲ ਮੈਡੀਕਲ ਟਰਮਸ, ਪਰ ਮੈਨੂੰ ਸਪੈਨਿਸ਼ ਨਹੀਂ ਆਉਂਦੀ। ਪਰ ਮੇਰੇ ਕੋਲ ਕਿਉਂ ਆਉਂਦੇ ਨੇ ਜੀ, ਔਰ ਇੱਥੇ ਦੂਜੀ ਵੀ ਕਲੀਨਿਕਸ ਹੈਗੀਆਂ। ਪਰ ਮੇਰੇ ਖਿਆਲ ਨਾਲ ਇੱਥੇ ਗੱਲ ਆ ਜਾਂਦੀ ਕਿ ਇਨਸਾਨੀਅਤ ਦਾ ਜਿਹੜਾ ਹੁੰਦਾ ਨਾ ਇੱਕ ਰਿਲੇਸ਼ਨ, ਉਹ ਬੜਾ ਵੱਡਾ ਹੁੰਦਾ ਹੈ। ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਬੰਦਾ ਸਾਡੇ ਵਾਸਤੇ ਕੰਮ ਕਰ ਰਿਹਾ ਔਰ ਸਾਡੀ ਵੈਲਬੀਇੰਗ ਵਿੱਚ ਤਾਂ ਵਿਸ਼ਰ ਹੈ, ਸਾਡਾ ਖਿਆਲ ਰੱਖਦਾ, ਇਸ ਕਰਕੇ ਮੇਰੇ ਕੋਲ ਮੁੜ ਕੇ ਆਉਂਦੇ ਆ, ਆਪਣੇ ਪਰਿਵਾਰ ਨੂੰ ਲੈ ਕੇ ਆਉਂਦੇ ਆ। ਇੱਕ ਫੇਥ ਵਾਲੀ ਗੱਲ ਹੈ, ਉਹਨਾਂ ਨੂੰ ਵਿਸ਼ਵਾਸ ਹੈ ਕਿ ਇੱਥੇ ਸਾਨੂੰ ਆਰਾਮ ਆਏਗਾ, ਉਹ ਤਾਂ ਹੀ ਮੇਰੇ ਕੋਲ ਆਉਂਦੇ ਆ। ਔਰ ਬਲਕਿ ਤੁਸੀਂ ਇਹ ਦੇਖੋ ਕਿ ਇਹ ਮੈਂ ਤਾਂ ਸਿੱਖ ਹੈਗਾ ਅਤੇ ਜ਼ਿਆਦਾਤਰ ਲੋਕ ਸਾਰੇ ਆਪਾਂ ਕ੍ਰਿਸਚਨ ਕੰਟਰੀ ਵਿੱਚ ਰਹਿੰਦੇ ਹਾਂ, ਕ੍ਰਿਸਚੈਨਿਟੀ ਦਾ ਬੋਲਬਾਲਾ ਹੈ ਅਤੇ ਉਹਨਾਂ ਦੀ ਜਿਹੜੀ ਪਰੇਡ ਹੁੰਦੀ ਹੈ ਕ੍ਰਿਸਮਸ ਪਰੇਡ, ਉਹਦੇ ਵਿੱਚ ਉਹਨਾਂ ਨੇ ਮੈਨੂੰ ਸਪੈਸ਼ਲੀ ਆ ਕੇ ਕਿਹਾ ਕਿ ਤੁਸੀਂ ਸਾਡੇ ਗ੍ਰੈਂਡ ਮਾਰਸ਼ਲ ਬਣੋ ਜੀ। ਦੈਟ ਵਾਸ ਇਨ 29 ਬੜਾ ਵੱਡਾ ਆਨਰ ਹੈ ਜੀ ਤੁਹਾਡੇ ਲਈ। ਅਤੇ ਮੈਂ ਬੜਾ ਹੈਰਾਨ ਕਿ ਮੈਂ ਤੁਹਾਡਾ ਗ੍ਰੈਂਡ ਮਾਰਸ਼ਲ ਕਿੱਦਾਂ ਬਣ ਸਕਦਾ, ਮੈਂ ਤਾਂ ਕ੍ਰਿਸਚਨ ਨਹੀਂ ਹੈ। ਕਹਿੰਦੇ ਨਹੀਂ, ਅਸੀਂ ਤੁਹਾਨੂੰ ਜਾਣਦੇ ਹਾਂ, ਤੁਸੀਂ ਸਾਡੇ ਵਾਸਤੇ ਕੰਮ। ਸਾਨੂੰ ਪਤਾ ਜੀ, ਅਸੀਂ ਪੰਜਾਬ ਮੇਲ ਦੇ ਅਖਬਾਰ ਵਿੱਚ ਵੀ ਉਹਦੀ ਕਵਰੇਜ ਪੂਰੀ ਜਿਹੜੀ ਸੀ ਕੀਤੀ ਸੀ। ਉਹ ਜਦੋਂ ਮੈਨੂੰ ਉਹਨਾਂ ਨੇ ਗ੍ਰੈਂਡ ਮਾਰਸ਼ਲ ਖੁੱਲੀ ਗੱਡੀ ਵਿੱਚ ਬਿਠਾਇਆ ਸੀ, ਇਹ ਬੜਾ ਵੱਡਾ ਆਨਰ ਸੀ। ਉਦੋਂ ਸਾਰੀ ਦੁਨੀਆ ਦੇਖਦੀ ਸੀ ਤੁਹਾਨੂੰ ਵੀ ਇੱਕ ਸਿੱਖ ਜਿਹੜਾ ਉਹ ਗ੍ਰੈਂਡ ਮਾਰਸ਼ਲ ਬਣਿਆ ਹੋਇਆ। ਦੈਟਸ ਏ ਬਿਗ ਆਨਰ ਫॉर ਅ ਸਿੱਖ ਕਮਿਊਨਿਟੀ। ਹਾਂਜੀ, ਰੈੱਡ ਤੇ ਗ੍ਰੀਨ ਮੈਂ ਵੀ ਪਹਿਨਾਵਾ ਪਾ ਕੇ ਤੇ ਜੀ ਮੈਂ ਵੀ ਹੂਮਰ ਕਾਰ ਸੀ, ਉੱਪਰੋਂ ਛੱਤ ਉਹਦਾ ਖੁੱਲ੍ਹਾ ਸੀ, ਉਸ 'ਤੇ ਖੜ੍ਹਾ ਅਤੇ ਹਜ਼ਾਰਾਂ ਬੰਦਾ ਸੱਜੇ ਅਤੇ ਖੱਬੇ ਪਾਸੇ ਖੜ੍ਹਾ ਹੋਇਆ ਅਤੇ ਮੈਨੂੰ ਬੜਾ ਮਾਣ ਮਿਲਿਆ ਉਸ ਵੇਲੇ।
और स्पेनिश और इंग्लिश तो मेरे वास्ते रनिंग कमेंट्री करते गए पूरे थ्रू आउट दी परेड कि मैं कौन हाँ, कदों आया, की करदा। मतलब बड़िया मैंने इस तरह लग्या कि ओह माय गॉड, अमेरिका भी इस तरह हो सकता है जी। पर गल वही है कि इंसानियत का जड़ा है ना फर्ज, वो बड़ा अगे आ जाता है, हर चीज़ तो अगे आ जाता है। ਦੂਜਾ ਹਸਪੀਟਲ ਤੁਹਾਡਾ ਕਿਹੜੀ ਜਗ੍ਹਾ? ਦੂਜਾ ਹਸਪੀਟਲ ਮੇਰਾ ਇੱਥੇ ਹੈਗਾ, ਕਿਉਂਕਿ ਬੇਕਰਸਫੀਲਡ ਆਉਣਾ ਜਾਣਾ ਸੀ, ਬੱਚੇ ਇੱਥੇ ਪੜ੍ਹਦੇ ਸੀ, ਗੁਰਦੁਆਰਾ ਇੱਥੇ ਸੀ ਜੀ, ਐਤਵਾਰ ਨੂੰ ਇੱਥੇ ਆਈਦੇ ਸੀ, ਤੇ ਮੇਰਾ ਫਿਰ ਧਿਆਨ ਗਿਆ। ਦੂਜਾ ਮੇਰੇ ਮਨ ਵਿੱਚ ਇਹ ਸੀ ਕਿ ਬੇਕਰਸਫੀਲਡ ਦੇ ਔਰ ਡਿਲੈਨੋ ਦੇ ਸਾਰੇ ਲੋਕ ਜਿਹੜੇ ਆਪਣੀ ਕਮਿਊਨਿਟੀ ਦੇ, ਉਹ ਆਰਟੀਸ਼ੀਆ ਜਾਂਦੇ ਆ ਓਕੇ, ਸ਼ਾਪਿੰਗ ਵਾਸਤੇ, ਖਾਣ ਪੀਣ ਵਾਸਤੇ। ਤੇ ਮੇਰੇ ਮਨ ਵਿੱਚ ਆਇਆ ਸੀ ਕਿ ਆਪਾਂ ਆਰਟੀਸ਼ੀਆ ਇੱਥੇ ਵੀ ਬਣਾ ਸਕਦੇ ਹਾਂ ਬੇਕਰਸਫੀਲਡ। ਜੀ ਜੀ ਜੀ। ਤੇ ਮੇਰੇ ਪਿਤਾ ਜੀ ਜਿਹੜੇ ਆ ਉਹ ਟਿੰਬਰ ਮਰਚੈਂਟ ਸੀ, ਬੜੇ ਵੱਡੇ ਬੈਕ ਇਨ ਇੰਡੀਆ। ਤੇ ਉਹ ਫਿਰ ਮੈਨੂੰ ਵੀ ਥੋੜ੍ਹਾ ਜਿਹਾ ਬਿਜ਼ਨਸ ਦਾ ਮਨ ਵਿੱਚ ਹੈ ਸੀ ਚਾਅ ਕਿ ਮੈਂ ਵੀ ਕੁਝ ਇਸ ਤਰ੍ਹਾਂ ਦਾ ਕੰਮ ਕਰਾਂ। ਤੇ ਮੈਂ ਇਨਵੈਸਟ ਕਰਕੇ ਇੱਥੇ ਸ਼ਾਪਿੰਗ ਕੰਪਲੈਕਸ ਬਣਾਇਆ। ਤੇ ਸ਼ਾਪਿੰਗ ਕੰਪਲੈਕਸ ਮੈਂ ਕੋਸ਼ਿਸ਼ ਤਾਂ ਕੀਤੀ ਕਿ ਆਰਟੀਸ਼ੀਆ ਦਾ ਸਾਰਾ ਸਮਾਨ ਇੱਥੇ ਮਿਲ ਜਾਵੇ, ਜਿਹਦੇ ਢਾਬਾ ਵੀ ਹੋਵੇ ਔਰ ਖਾਣ ਪੀਣ ਦਾ ਹੋਵੇ, ਸੁਨਿਆਰਾ ਵੀ ਹੋਵੇ, ਕੱਪੜਿਆਂ ਦੀ ਦੁਕਾਨਾਂ ਹੋਣ ਵਗੈਰਾ ਵਗੈਰਾ, ਪੰਜਾਬੀ, ਬਾਹਰ ਖੰਡਾ ਲੱਗਿਆ ਹੋਵੇ। ਉਹ ਮੇਰਾ ਇੱਕ ਸੁਪਨਾ ਸੀ, ਸਿੰਘ ਪਲਾਜ਼ਾ। ਉਹ ਸਿੰਘ ਪਲਾਜ਼ਾ ਔਰ ਖੰਡੇ ਵਾਲਾ ਜਿਹੜਾ ਸਥਾਨ ਹੈ ਉਹ ਫਿਰ ਮੈਂ ਬਣਵਾਇਆ। ਦੈਟ ਵਾਸ ਇਨ ਈਅਰ 2000। ਤੇ ਉਹਦੇ ਵਿੱਚ ਆਪਣਾ ਆਫਿਸ ਖੋਲ੍ਹਿਆ। ਮੈਂ ਕਿਹਾ ਤੇ ਸੰਡੇ ਨੂੰ ਮੈਂ ਆਉਣਾ ਤੇ ਗੁਰਦੁਆਰੇ ਜਾਣਾ, ਤੇ ਮੈਂ ਇੱਥੇ ਹੀ ਅਗਰ ਆਪਣੀ ਕਮਿਊਨਿਟੀ ਨੂੰ ਸਰਵ ਕਰ ਲਵਾਂ, ਕਿਉਂਕਿ ਮੇਰਾ ਪਿਛੋਕੜ ਜਿਹੜਾ ਮੈਂ ਇੰਦੌਰ ਵਿੱਚ ਪ੍ਰਤਾਪ ਨਗਰ ਦਾ ਰਹਿਣ ਵਾਲਾ। ਪ੍ਰਤਾਪ ਨਗਰ ਸਾਡਾ 100% ਸਿੱਖ ਮਹੱਲਾ ਸੀ ਉਹ। ਅੱਛਾ। ਤੇ ਉਹ ਮੈਂ ਮਿਸ ਕਰਦਾ ਸੀ। ਤੇ ਮੈਂ ਕਿਹਾ ਕਿ ਔਰ ਇੱਥੇ ਸਾਰੇ ਸਿੱਖ ਆਉਂਦੇ ਮੇਰੇ ਕੋਲ, ਆਪਣੀ ਜਦੋਂ ਹੀ ਗੁਰਦੁਆਰਾ ਖਤਮ ਹੁੰਦਾ ਸਾਰੇ ਮੇਰੇ ਕੋਲ ਆ ਜਾਂਦੇ ਆ। ਸੋ ਐਤਵਾਰ ਨੂੰ ਮੈਨੂੰ ਲੱਗਦਾ ਮੈਂ ਪ੍ਰਤਾਪ ਨਗਰ ਆ ਗਿਆ ਵਾਪਸ, ਆਪਣੀ ਕਮਿਊਨਿਟੀ ਵਿੱਚ ਆ ਗਿਆ। ਤੇ ਬਾਕੀ ਟਾਈਮ ਮੈਂ ਆਪਣੇ ਹਿਸਪੈਨਿਕ ਕਮਿਊਨਿਟੀ ਦੇ ਨਾਲ ਹੈਗਾ। ਠੀਕ ਹੈ ਡਾਕਟਰ ਸਾਹਿਬ, ਇਹ ਤਾਂ ਹੋ ਗਏ ਤੁਹਾਡੇ 2 ਲੋਕੇਸ਼ਨਸ ਜਿਹੜੇ ਜਿੱਥੇ ਤੁਸੀਂ ਪ੍ਰੈਕਟਿਸ ਕਰਦੇ ਹੋ। ਕਿਸ ਟਾਈਪ ਦੀ ਪ੍ਰੈਕਟਿਸ ਹੈ ਤੁਹਾਡਾ? ਕਿਸ ਟਾਈਪ ਦਾ ਤੁਸੀਂ ਜਿਹੜਾ ਮੈਡੀਕਲ ਸਰਵਿਸਿਜ਼ ਜਿਹੜੇ ਆਪਣੇ ਪੇਸ਼ੈਂਟਸ ਨੂੰ ਦਿੰਦੇ ਹੋ? ਮੈਂ ਇੰਟਰਨਿਸਟ ਹੈਗਾ। ਇੰਟਰਨਿਸਟ ਮਤਲਬ ਇੰਟਰਨਲ ਮੈਡੀਸਿਨ ਮੀਨਸ ਡਾਕਟਰ ਆਫ ਐਡਲਟਸ ਜੀ। ਸੋ 6 ਸਾਲ ਤੋਂ ਛੋਟੇ ਬੱਚੇ ਔਰ ਪ੍ਰੈਗਨੈਂਸੀ ਨੂੰ ਛੱਡ ਕੇ ਮੈਂ ਸਾਰੇ ਕੰਮ ਕਰਦਾ ਹੈ। ਓਕੇ। मतलब डायबिटीज़ है, हाइपरटेंशन है, हार्ट प्रॉब्लम है, ऑस्टियोआर्थराइटिस है, हेडेक है, माइग्रेन है, पेप्टिक अल्सर डिसीज़ है। सिवाय 2 एक्सक्लूजन जोड़े कि 6 साल तो छोटा बच्चा मैं नहीं देख रहा, वो पीडियाट्रिशियन देखते हैं। तो कोई प्रेगनेंट मेरा पेशेंट हो जाता है उन्हें मैं रिफ़र कर देना ऑब्स्टेट्रिशियन को। बाकी सारे काम मैं करता हैगा। तो हालांकि 2 काम जोड़े मैं करदा अपनी कम्यूनिटी माइग्रेटिंग कम्यूनिटी वास्ते बड़े लाभदायक ने, जोड़े मैं आप चूँकि माइग्रेटिंग हैगा। तो एक तो है ट्रक ड्राइवर्स फिजिकल, ओके, DMB फिजिकल। वो इन्होंने 2015 अपना डिपार्टमेंट वखरा बना लिया सी, क्योंकि एक्सीडेंट बड़े होंदे सी और इन्हों का कहना सी ट्रक वालियां दा कि बड़ा नुकसान होता है। अच्छा जी। 30,000 के करीब वो कहते सी डेथ होंदियां ने हर साल बिकॉज ऑफ ट्रक एक्सीडेंट। अच्छा। और इंश्योरेंस तो दूसरा पास अमेरिका कर अमेरिका में, और मिलियंस ऑफ ट्रक ड्राइवर्स जिन्हों के सिर ते रोजी रोटी चल रही है पूरे परिवार की। ओके। तो बड़ा वड्डा एक इंडस्ट्री है ट्रक ड्राइवर। और बेकरसफील्ड जो हब हैगा, इत्थे ड्राइविंग स्कूल बड़े सारे है। नवा बंदा आता है तो वो सब तो पहला 6 हफ्ते का कोर्स करके अपना ट्रक चलाना शुरू कर देता है। अजकल उन्होंने 60-70 सेंट्स पर माइल उन्होंने पैसे मिलते हैं। अच्छा। तो दे कैन बी इंडिपेंडेंट वेरी फास्ट। ओके। जिदा गुजराती जोड़े मोटल भी है, अपनी कम्यूनिटी जी ट्रक में है। सो मैं उन्होंने फिर सर्टिफिकेट लिया जी, स्पेशल एग्जामिनेशन दी और उन्होंने कहने DOT एग्जामिनेशन और सर्टिफिकेट। DOT जी जी। तो वो मैं और सर्टिफाइड फिजिशियन हाँ। 2 साल एक बार मैंडेटरी है। ओके। हर ड्राइवर फिजिकल करवाना पैंदा। तो मैं उन्होंने मेरी कम्यूनिटी के रूबरू होना, वो मेरे को करवा के जाते हैं जी। ਡਾਕਟਰ ਸਾਹਿਬ ਟਰੱਕ ਡਰਾਈਵਰ ਦਾ ਤੁਸੀਂ ਦੱਸ ਦਿੱਤਾ ਕਿ DOT ਹੁੰਦਾ ਉਹਨਾਂ ਦਾ। ਉਸ ਤੋਂ ਬਾਅਦ ਜਦੋਂ ਗ੍ਰੀਨ ਕਾਰਡ ਇੱਥੇ ਲੈਣਾ ਹੁੰਦਾ ਕਿਸੇ ਮਾਈਗ੍ਰੇਟਰ ਨੇ, ਉਹਦੇ ਬਾਰੇ ਵੀ ਕੋਈ ਸਰਵਿਸਿਜ਼ ਤੁਸੀਂ ਪ੍ਰੋਵਾਈਡ ਕਰਦੇ ਹੋ? हाँ जी। वो वास्ते तो डिपार्टमेंट ऑफ इमीग्रेशन जोड़ा जिदा नाम उन्होंने बल्कि USCIS करता है जी, यूनाइटेड स्टेट सिटीजनशिप एंड इमीग्रेशन सर्विस जी जी। तो उन्होंने रिक्वायरमेंट है कि तो फिजिकल एग्जामिनेशन करानी होंगी है। तो फिजिकल एग्जामिनेशन वास्ते वो मैं उन्होंने डिजिग्नेटेड सिविल सर्जन है इमीग्रेशन डिपार्टमेंट का। ओके। सो मैनू इत्थे नेड़े फ्रेजनो का इमीग्रेशन ऑफिस पैंदा है। तो वो फिर वो सिविल सर्जन होने के नाते वो फिर मैनू भेज देंगे ने जिन्होंने भी ग्रीन कार्ड वास्ते अप्लाई किया होंदा है। ओके। जो मेरे को आते फिर मैं उन्होंने ग्रीन कार्ड फिजिकल करना तो 5 दिन के अंदर मेरी हो जाती है। उन्होंने ब्लड टेस्ट, वैक्सीनेशन, मेक श्योर कोई बीमारी नहीं है। ओके। कोई कम्युनिकेबल डिसीज़ ना होए। और हुण उन्होंने नवा 2 महीने पहला शुरू करता कि कोविड टेस्ट वैक्सीनेशन होना जरूरी है। ओके। तो हुण कोविड के वैक्सीनेशन का भी उन्होंने सर्विस दिंदे हो? हाँ जी, हाँ जी। कोविड की असीं आप भी देंदे हां वैक्सीन, और अगर हो गया हैगा तो फिर वो फॉलोअप भी करते हैं।
ਓਕੇ, ਇਹ ਵੀ ਸਰਵਿਸ ਤੁਹਾਡੀ ਹੋ ਗਈ। ਹਾਂਜੀ ਇਹ ਦੋਵੇਂ ਹਸਪੀਟਲ 'ਚ ਸੇਮ ਹੀ ਸਰਵਿਸ ਦਿੰਦੇ ਤੁਸੀਂ? ਹਾਂਜੀ ਸੇਮ ਸਰਵਿਸ ਹੈ। ਉਹ ਐਡਵਾਂਟੇਜ ਇਹ ਹੁੰਦਾ ਹੈ ਕਿ ਬੰਦਾ ਬੇਕਰਸਫੀਲਡ ਦਾ ਹੈਗਾ ਔਰ ਫਰਜ਼ ਕਰੋ ਕਿ ਉਹ ਮੈਕਫਾਰਲੈਂਡ ਆ ਗਿਆ ਕਿਉਂਕਿ ਮੈਂ ਇੱਥੇ ਅਵੇਲੇਬਲ ਨਹੀਂ ਸੀ, ਤੇ ਅਗਲੀ ਵਾਰੀ ਉਹ ਇੱਥੇ ਆ ਸਕਦਾ ਹੈਗਾ ਕਿਉਂਕਿ ਕੰਪਿਊਟਰ ਇੱਕੋ ਹੀ ਹੈ। ਓਕੇ ਓਕੇ, ਤੇ ਇੱਕੋ ਜਗ੍ਹਾ ਉਹਨਾਂ ਦੀ ਸਾਰਾ ਹਿਸਾਬ ਫੀਡਿੰਗ ਇੱਕ ਜਗ੍ਹਾ ਹੀ ਹੁੰਦੀ ਹੈ। ਹਾਂ, ਆਪਸ ਵਿੱਚ ਮਿਲਦੇ ਦੋਨੋਂ। ਜੀ ਜੀ, ਤਾਂ ਉਹ ਚੰਗਾ ਹੈਗਾ। ਉਸ ਨਾਲ ਬੰਦਾ ਮੈਕਫਾਰਲੈਂਡ ਦਾ ਬੇਕਰਸਫੀਲਡ ਦਾ ਮੈਕਫਾਰਲੈਂਡ ਆ ਸਕਦਾ, ਇੱਕੋ ਰੇਕਰਡ ਹੈਗਾ, ਰੇਕਰਡ ਕੀਪਿੰਗ ਸੇਮ ਹੈ। और बड़ा कॉमनली इस तरह होता है कि संडे वाला दिन है और बंदा बीमार हो गया हूँ संडे तो मैं मैकफारलैंड अवेलेबल नहीं है पर बेकरस्फील्ड में अवेलेबल है, बेकरस्फील्ड आ जाते हैं। ਚਲੋ ਇਹ ਤੇ ਹੋ ਗਈ ਮੈਡੀਕਲ ਲਾਈਨ ਦੀ, ਆਪਾਂ ਹੋਰ ਵੀ ਟਾਈਮ ਨਾਲ ਇਹ ਗੱਲਾਂ ਬਾਤਾਂ ਕਰਦੇ ਰਵਾਂਗੇ। ਥੋੜਾ ਜਿਹਾ ਹੁਣ ਤੁਹਾਡਾ ਆਈਏ ਜੀ ਸੋਸ਼ਲ ਫੀਲਡ ਵੱਲ। ਸਾਨੂੰ ਪਤਾ ਕਿ ਤੁਸੀਂ ਕਾਫੀ ਸੋਸ਼ਲ ਸਰਵਿਸਿਜ਼ 'ਚ ਆਪਣਾ ਯੋਗਦਾਨ ਪਾਉਂਦੇ ਹੋ, ਬਹੁਤ ਕੀਮਤੀ ਟਾਈਮ ਹੁੰਦਾ ਤੁਹਾਡਾ ਇੱਕ ਐਜ਼ ਏ ਡਾਕਟਰ, ਤੁਹਾਨੂੰ ਜਿੱਥੇ ਸਾਰਾ ਦਿਨ ਮੈਡੀਕਲ 'ਚ ਲੋਕਾਂ ਨੂੰ ਪੇਸ਼ੈਂਟਸ ਜਿਹੜੇ ਹੁੰਦੇ ਆ ਉਹਨਾਂ ਨੂੰ ਦੇਖਣਾ ਹੁੰਦਾ, ਬੜੀ ਜ਼ਿੰਮੇਵਾਰੀ ਦਾ ਕੰਮ। ਤੇ ਕਿਸ ਤਰੀਕੇ ਨਾਲ ਤੁਸੀਂ ਆਪਣੇ ਸੋਸ਼ਲ ਸਰਵਿਸਿਜ਼ 'ਚ ਆਪਣਾ ਟਾਈਮ ਕੱਢ ਲੈਂਦੇ ਹੋ? ਰੰਧਾਵਾ ਸਾਹਿਬ ਇਸ ਤਰ੍ਹਾਂ ਹੈਗਾ ਕਿ ਮੈਂ ਜਿਹੜਾ ਵੀ ਕੰਮ ਕਰਦਾ ਮੇਰੇ ਕੋਲ ਪੰਜਾਬੀ ਕਮਿਊਨਿਟੀ ਆਉਂਦੀ ਹੈ ਤੇ ਮੈਂ ਇਹ ਦੇਖਣਾ ਕਿ ਜਿਹੜੇ ਮੇਰੇ ਬਾਕੀ ਕੰਮ ਨੇ ਉਹਨਾਂ ਵਿੱਚ ਮੈਂ ਇਹਨਾਂ ਦਾ ਯੋਗਦਾਨ ਕਿਸ ਤਰ੍ਹਾਂ ਲੈ ਸਕਦਾ ਹਾਂ। ਫਰਜ਼ ਕਰੋ ਕਿ ਇੱਕ ਮੇਰਾ ਇੱਕ ਹੈਗਾ ਬੜਾ ਪੁਰਾਣਾ 22 ਸਾਲਾਂ ਤੋਂ ਮੈਂ ਕਰ ਰਿਹਾ, ਉਹ ਹੈਗਾ ਸਿੰਪੋਜ਼ੀਅਮ ਬੱਚਿਆਂ ਦਾ ਜੀ। ਸਿੱਖ ਬੱਚਿਆਂ ਨੂੰ ਜਿਹੜੇ 6 ਸਾਲ ਤੋਂ ਲੈ ਕੇ 22 ਸਾਲ ਤੱਕ ਦੇ ਬੱਚੇ ਆ ਉਹਨਾਂ ਨੂੰ ਸਿੱਖ ਇਤਿਹਾਸ ਨਾਲ ਜਾਣੂ ਕਰਨ ਦਾ ਇੱਕ ਜਿਹੜਾ ਨੈਸ਼ਨਲ ਪ੍ਰੋਗਰਾਮ ਹੈਗਾ ਅਮਰੀਕਨ ਸਿੱਖ ਯੂਥ ਸਿੰਪੋਜ਼ੀਅਮ ਪ੍ਰੋਗਰਾਮ ਜੀ, ਉਹਦਾ ਨਾਂ ਹੈਗਾ ਸਿਆਣਾ ਗਰੁੱਪ। ਅੱਛਾ, ਉਹ ਸਰਦਾਰ ਕੁਲਦੀਪ ਸਿੰਘ ਫਲੋਰਡਾ ਵਾਲੇ ਉਹਦੇ ਸਾਡੇ ਨੈਸ਼ਨਲ ਚੇਅਰਮੈਨ ਹੈ। ਤੇ ਵੱਖਰੇ ਵੱਖਰੇ ਇਲਾਕਿਆਂ ਵਿੱਚ ਉਹਨਾਂ ਨੇ ਆਪਣੇ ਆਪਣੇ ਕਨਵੀਨਰ ਬਣਾਏ ਹੋਏ ਆ ਤੇ ਮੈਨੂੰ ਉਹਨਾਂ ਨੇ ਇਸ ਇਲਾਕੇ ਦਾ ਕਨਵੀਨਰ ਬਣਾਇਆ ਹੋਇਆ। ਅੱਛਾ, ਸੋ ਮੈਂ ਗੁਰਦੁਆਰੇ ਜਾ ਕੇ ਕਹਿਣਾ ਕਿ ਵੀ ਜਿਹੜੇ ਵੀ 6 ਸਾਲ ਤੋਂ 22 ਸਾਲ ਤੱਕ ਦੇ ਬੱਚੇ ਬੱਚੀਆਂ ਹੈਗੇ ਉਹ ਆਪਣਾ ਨਾਂ ਲਿਖਾਓ, ਰਜਿਸਟਰਡ ਕਰੋ, ਫਾਰਮ ਭਰਵਾਉਂਦੇ ਆ, ਫਿਰ ਉਹਨਾਂ ਨੂੰ ਬੁੱਕਸ ਦੇ ਦਿੰਦੇ ਆ ਤੇ ਕਹਿੰਦੇ ਆ ਬੁੱਕਸ ਪੜ੍ਹੋ ਤੇ ਪੜ੍ਹ ਕੇ ਉਹਦੇ ਵਿੱਚ 3 ਕੁਐਸਚਨ ਨੇ, ਉਹਦੇ ਆਨਸਰ ਲਿਖੋ, ਲਿਖ ਕੇ ਤੇ ਸਾਡੇ ਕੋਲ ਲੈ ਕੇ ਆਓ ਤੇ ਗੁਰਦੁਆਰੇ ਸਰਵਨ ਕਰਾਓ। ਉਹ ਪੰਜਾਬੀ ਇੰਗਲਿਸ਼ ਵਿੱਚ ਜਦੋਂ ਸੁਣਾਉਂਦੇ ਨੇ ਤੇ ਉਹ ਫਿਰ ਉਹਦੇ ਨਾਮ ਵੰਡੇ ਜਾਂਦੇ ਆ, ਫਿਰ ਉਹ ਨੈਕਸਟ ਲੈਵਲ 'ਤੇ ਜਾਂਦੇ ਆ, ਫਿਰ ਨੈਕਸਟ ਲੈਵਲ 'ਤੇ ਜਾਂਦੇ ਆ। ਇਤਕੀ ਡੀਟਵਾਈਟ ਵੀ ਸੀ ਨੈਸ਼ਨਲ ਪ੍ਰੋਗਰਾਮ, ਅਸੀਂ ਬੱਚਿਆਂ ਨੂੰ ਲੈ ਕੇ ਡੀਟਵਾਈਟ ਗਏ, ਇੱਥੇ ਦੇ 4 ਬੱਚੇ ਸਾਡੇ ਨਾਲ ਗਏ ਆ। ਫਿਰ ਉੱਥੇ ਸਾਰੀ ਹੀ ਕੈਨੇਡਾ ਦੇ ਔਰ ਵੱਖਰੇ ਵੱਖਰੇ ਇਲਾਕਿਆਂ ਦੇ ਬੱਚੇ ਆਏ ਹੁੰਦੇ, ਫਿਰ ਉਹਨਾਂ ਦੀ ਕੰਪੀਟੀਸ਼ਨ ਹੁੰਦੀ ਹੈ ਤੇ ਇਸ ਤਰ੍ਹਾਂ ਦਾ ਪ੍ਰੋਗਰਾਮ ਹੁੰਦਾ। ਉਹ ਬੜਾ ਅੱਛਾ ਕਿਉਂਕਿ ਘਰ ਘਰ ਦੇ ਅੰਦਰ ਉਸ ਪੁਸਤਕ ਨੂੰ ਲੈ ਕੇ, ਕੁਐਸਚਨ ਨੂੰ ਲੈ ਕੇ ਵਿਚਾਰ ਚੱਲ ਰਹੇ ਹੁੰਦੇ ਆ। ਇਤਕੀ ਜਸਵੰਤ ਸਿੰਘ ਖਾਲੜਾ ਦੀ ਕਿਤਾਬ ਸੀ, ਉਸ 'ਤੇ ਪੜ੍ਹਾਈ ਕੀਤੀ ਸਾਰਿਆਂ ਨੇ। ਸੋ ਮੈਨੂੰ ਲੱਗਦਾ ਹੈ ਕਿ ਸਿੱਖ ਇਤਿਹਾਸ ਦੀ ਜਾਣੂ ਬਣਨ ਦਾ, ਦੱਸਣ ਦਾ, ਸ਼ੇਅਰ ਕਰਨ ਦਾ ਇੱਕ ਬੜਾ ਅੱਛਾ ਇੱਕ ਪ੍ਰੋਗਰਾਮ ਹੈ। ਤੁਸੀਂ ਕਹਿ ਰਹੇ ਸੀ ਕਿ ਮੈਂ ਆਪਣੇ ਬਿਜ਼ਨਸ ਨੂੰ ਕਿਸ ਤਰ੍ਹਾਂ ਰਿਲੇਟ ਕਰਦਾ, ਮੇਰੇ ਕੋਲ ਕੋਈ ਵੀ ਆਇਆ ਹੈਗਾ ਉਹ ਇਨਸਾਨ ਹੀ ਹੈ ਨਾ ਜੀ, ਤੇ ਮੈਂ ਉਹਨੂੰ ਪੁੱਛ ਲੈਣਾ ਵੀ ਤੁਹਾਡੇ ਬੱਚੇ 6 ਸਾਲ ਤੋਂ 22 ਸਾਲ ਤੱਕ ਦੇ ਹੈਗੇ ਕੋਈ? ਅੱਛਾ, ਕਈ ਵਾਰੀ ਹੁਣ ਤੇ ਉਹਨਾਂ ਨੂੰ ਵੀ ਪਤਾ ਲੱਗ ਗਿਆ, ਉਹ ਪੁੱਛਦੇ ਨੇ ਕਿ ਸਿੰਪੋਜ਼ੀਅਮ ਕਦੋਂ ਹੋ ਰਿਹਾ, ਕਿਤਾਬਾਂ ਕਦੋਂ ਆ ਰਹੀ ਹੈ। ਜੀ 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 ਜੀ, ਤੇ ਉਹ ਨਾਲ ਹੀ ਮੈਂ ਰਜਿਸਟਰ ਕਰ ਲੈਂਦਾ। ਠੀਕ ਹੈ, ਗੁਰਦੁਆਰੇ ਵਿੱਚ ਵੀ ਸਟਾਲ ਲਾਈਦਾ, ਪਰ ਮੇਰੇ ਆਫਿਸ ਤੋਂ ਬੜੀ ਸਾਰੀ ਰਜਿਸਟ੍ਰੇਸ਼ਨ ਹੋ ਜਾਂਦੇ ਇਸ ਗੱਲ ਨੂੰ ਲੈ ਕੇ। ਬਹੁਤ ਅੱਛਾ। ਸੋ ਇਹ ਆਪਣਾ ਸੋਸ਼ਲ ਸਰਵਿਸ ਨਾਲ ਦੂਜੇ ਨਾਲ ਲਿੰਕ ਕਰਦੇ ਆ। ਨਾਨਕ ਸ਼ਾਹੀ ਕੈਲੰਡਰ ਜਿਹੜੇ ਉਹ ਮੈਨੂੰ ਦੇ ਦਿੰਦੇ ਨੇ ਆਪਣਾ, ਕਿਉਂਕਿ ਮੈਂ ਦਿਨ ਤਿਉਹਾਰ ਦੇਖੀ ਦੇ ਇਲਾਵਾ ਜਿਹੜਾ ਇੱਕ ਦੂਜੀ ਸੰਸਥਾ ਹੈ ਉਹਦਾ ਨਾਂ ਹੈਗਾ ਅਮਰੀਕਨ ਸਿੱਖ ਕੌਂਸਲ ਜੀ। ਅਮਰੀਕਨ ਸਿੱਖ ਕੌਂਸਲ ਜਿਹਦੇ ਕਵਨੀਤ ਸਿੰਘ ਸਾਡੇ ਪੰਨੂ ਜਿਹੜੇ ਨਿਊ ਜਰਸੀ ਵਾਲੇ ਉਹ ਸਾਡੇ ਮਾਰਕੀਟਿੰਗ ਇੰਚਾਰਜ ਹੈਗੇ, ਤੇ ਬੀਬੀ ਜਸਬੀਰ ਕੌਰ ਸਾਡੇ ਪ੍ਰੈਜ਼ੀਡੈਂਟ ਹੈਗੇ। ਉਹਦੇ 15 ਮੈਂਬਰ ਨੇ ਪੂਰੇ ਕੰਟਰੀ ਦੇ। ਤੇ ਅਸੀਂ ਜਿਤਨੇ ਗੁਰਦੁਆਰੇ ਨੇ ਉਹਨਾਂ ਦੇ ਅਸੀਂ ਲੁਕਸ ਲਾਈਕ ਅੰਬਰੇਲਾ ਆਰਗੇਨਾਈਜੇਸ਼ਨ ਕਿ ਉਹਨਾਂ ਯੂਨੀਫਾਰਮਿਟੀ ਕਿੱਦਾਂ ਕੀਤੀ ਜਾਵੇ, ਕੋਈ ਪੰਥਿਕ ਗੱਲ ਹੈ ਉਸ 'ਤੇ ਵਿਚਾਰ ਕਰਕੇ ਕੁਝ ਨਾ ਕੁਝ ਫੈਸਲਾ ਕੀਤਾ ਜਾਵੇ ਤੇ ਉਸ 'ਤੇ ਅਸੀਂ ਪਹਿਰਾ ਦਿੰਦੇ ਹਾਂ। ਸਾਡੀ ਕਾਨਫਰੰਸ ਹੁੰਦੀਆਂ ਨੇ, ਹੁਣ ਯੁਵਾ ਸਿਟੀ 'ਚੋਂ ਕਿ ਨਗਰ ਕੀਰਤਨ ਨੇ, ਅਸੀਂ ਨੈਸ਼ਨਲ ਕਾਨਫਰੰਸ ਉੱਥੇ ਕਰ ਰਹੇ ਹਾਂ। ਓਕੇ, ਕਿਹੜੀ ਤਰੀਕ ਨੂੰ? 6 ਤਰੀਕ ਹੈਗਾ, ਅਸੀਂ 4 ਦਿਨ ਉੱਥੇ ਹੀ ਹੋਵਾਂਗੇ। 4 ਨਵੰਬਰ ਨੂੰ। 4 ਨਵੰਬਰ ਨੂੰ ਤੇ ਆਪਾਂ ਉੱਥੇ ਵੀ ਸਾਡੀ ਪੂਰੀ ਟੀਮ ਉੱਥੇ ਆਈ ਹੋਏਗੀ। ਸੋ ਅਸੀਂ ਮੂਲ ਨਾਨਕ ਸ਼ਾਹੀ ਕੈਲੰਡਰ ਜਿਹੜੇ ਪਾਲ ਸਿੰਘ ਪੁਰੇਵਾਲ ਦਾ ਬਣਿਆ ਹੋਇਆ, ਜਿਨ੍ਹਾਂ ਨੇ ਕਿ ਸੂਰਜ ਨੂੰ ਦੇਖਦਿਆਂ ਹੋਇਆਂ ਜਿਹੜੀ ਡੇਟਾਂ ਦੱਸੀਆਂ ਸਾਇੰਟੀਫਿਕ ਤਰੀਕੇ ਨਾਲ, ਉਹਦਾ ਅਸੀਂ ਪ੍ਰਚਾਰ ਕਰਦੇ ਹਾਂ। ਹੁਣ ਮੂਲ ਨਾਨਕ ਸ਼ਾਹੀ ਕੈਲੰਡਰ ਇਸ ਸਾਲ ਦੇ ਆ ਰਹੇ ਹੈਗੇ, ਉਹ ਵੀ ਅਸੀਂ ਡਿਸਟਰੀਬਿਊਟ ਕਰਾਂਗੇ। ਸੋ ਸਕਾਊਟਸ ਦਾ ਪ੍ਰੋਗਰਾਮ ਹੈ, ਉਹਦੇ 'ਚ ਆਪਣੇ ਬੱਚਿਆਂ ਨੂੰ ਕਹੀਦਾ ਤੁਸੀਂ ਵੀ ਸਕਾਊਟਸ ਵਿੱਚ ਭਰਤੀ ਹੋ। ਟੀਚ ਦ ਟੀਚਰਸ, ਜਿਹੜੇ ਟੀਚਰਸ ਦੀ ਆਰਗੇਨਾਈਜੇਸ਼ਨ ਹੁੰਦੀ ਹੈ, ਅਸੀਂ ਉੱਥੇ ਜਾਂਦੇ ਹਾਂ, ਉਹਨਾਂ ਨੂੰ ਦੱਸਦੇ ਹਾਂ। ਅਤੇ ਜਿਹੜੀ ਪੁਲਿਸ ਆਰਗੇਨਾਈਜੇਸ਼ਨ ਦੀ ਨੈਸ਼ਨਲ ਮੀਟਿੰਗ ਹੁੰਦੀ ਹੈ, ਅਸੀਂ ਉੱਥੇ ਵੀ ਜਾ ਕੇ ਉਹਨਾਂ ਨੂੰ ਦੱਸਦੇ ਹਾਂ ਕਿ ਇਹਨਾਂ ਸਾਰੀ ਵੱਡੀ ਸੰਸਥਾਵਾਂ ਵਿੱਚ ਅਸੀਂ ਆਪਣਾ ਅਗਰ ਸਿਰਫ ਉੱਥੇ ਬੂਥ ਹੀ ਲਾ ਲਿਆ ਔਰ ਆਪਣੀ ਟੀ-ਸ਼ਰਟਾਂ ਜਾਂ ਲਿਟਰੇਚਰ ਦੇ ਦਿੱਤੀ, ਤੇ ਉਹ ਜਿਹੜੇ ਅਮਰੀਕਾ ਨੂੰ ਕੰਟਰੋਲ ਕਰਨ ਵਾਲੀ ਵੱਡੀ ਆਰਗੇਨਾਈਜੇਸ਼ਨ ਹੈ, ਭਾਵੇਂ ਪੁਲਿਸ ਡਿਪਾਰਟਮੈਂਟ ਹੈ, ਭਾਵੇਂ ਟੀਚਰਸ ਹੈਗੇ, ਉਹਨਾਂ ਵਿੱਚ ਇੱਕ ਸਿੱਖੀ ਦੇ ਬਾਰੇ ਪਤਾ ਲੱਗ ਜਾਵੇ। ਇੱਦਾਂ ਹੀ ਏਵੀਏਸ਼ਨ ਡਿਪਾਰਟਮੈਂਟ ਹੈ, ਉਹਨਾਂ ਨੇ ਹੁਣ ਸਾਨੂੰ ਐਗਰੀ ਕੀਤਾ ਹੈ ਕਿ ਅਸੀਂ ਸਿੱਖ ਬੱਚਿਆਂ ਨੂੰ ਲਵਾਂਗੇ
에ਅਰ ਫੋਰਸ ਵਿੱਚ ਅਸੀਂ ਲੈਣ ਨੂੰ ਤਿਆਰ ਹਾਂ ਤੇ ਉਹਦਾ ਵੀ ਅਸੀਂ ਹੁਣ ਅੱਗੇ ਅਗਲੇ ਅਮਰੀਕਨ ਸਿੱਖ ਕੌਂਸਲ ਵੱਲੋਂ ਪ੍ਰਚਾਰ ਕਰ ਰਹੇ ਹਾਂ ਜੀ। ਸੋ ਉਹਨਾਂ ਵਿੱਚ ਵੀ ਮੈਂ ਜੋ ਵੀ ਜਿੱਦਾਂ ਕੋਈ ਵੀ ਗੁਰਸਿੱਖ ਆਉਂਦਾ ਮੈਂ ਉਸਨੂੰ ਦੱਸ ਦਿੰਦਾ ਇਹ ਗੱਲਾਂ ਤੇ ਉਹ ਕਈ ਲੋਕ ਬਹੁਤ ਇੰਟਰਸਟ ਲੈਂਦੇ ਨੇ, ਕਈ ਘੱਟ ਲੈਂਦੇ, ਮੈਂ ਉਹਨਾਂ ਨੂੰ ਲਿਟਰੇਚਰ ਦੇ ਦੇਣਾ, ਥੋੜ੍ਹਾ ਜਿਹੀ ਟੌਪਿਕ ਛੇੜ ਦਿੰਦੇ ਹਾਂ ਅਸੀਂ ਤੇ ਇਸ ਤਰ੍ਹਾਂ ਕੰਮ ਚੱਲੀ ਜਾਂਦਾ। ਸੋਸ਼ਲ ਜਿਹੜੇ ਆਪਾਂ ਕੰਮ ਦੀ ਗੱਲ ਕਰ ਰਹੇ ਇਹਦਾ ਮਤਲਬ ਵੀ ਤੁਸੀਂ ਕਾਫੀ ਯੋਗਦਾਨ ਪਾਇਆ ਆਪਣੇ ਸਿੱਖੀ ਪ੍ਰਚਾਰ ਕਰਨ ਵਿੱਚ ਤੇ ਬਹੁਤ ਸਾਰੇ ਨਵੀਂ ਜਨਰੇਸ਼ਨ ਜਿਹੜੀ ਸਾਡੀ ਖਾਸ ਕਰਕੇ ਸਾਨੂੰ ਜ਼ਰੂਰਤ ਆ ਕਿ ਉਹਨਾਂ ਨੂੰ ਨਾਲ ਲਾਈਏ। ਉਹ ਤੁਸੀਂ ਬਹੁਤ ਬੱਚੇ ਜਿਹੜੇ ਆ ਉਹ ਸਿੱਖੀ ਵੱਲ ਨੂੰ ਜੋੜੇ ਆ। ਇੱਕ ਟੌਪਿਕ ਮੈਂ ਤੁਹਾਡੇ ਕੋਲ ਹੋਰ ਡਿਸਕਸ ਕਰਨਾ ਚਾਹੁੰਦਾ, ਕਿੱਥੇ ਡਾਕਟਰੀ ਲਾਈਨ, ਕਿੱਥੇ ਸਿੱਖੀ ਦਾ ਪ੍ਰਚਾਰ ਤੇ ਕਿੱਥੇ ਜਾ ਕੇ ਇੱਕ ਫਿਲਮ ਲਾਈਨ। ਸਾਨੂੰ ਇਹ ਵੀ ਪਤਾ ਲੱਗਿਆ ਕਿ ਤੁਸੀਂ ਫਿਲਮਾਂ ਵਿੱਚ ਵੀ ਕੰਮ ਕਰਦੇ ਹੋ, ਇਹ ਕੀ ਰੀਜ਼ਨ ਸੀ, ਕਿਉਂ ਲੋੜ ਪੈ ਗਈ ਇਹਦੀ? ਹੈਰਾਨਗੀ ਦੀ ਗੱਲ ਹੈ, ਹੈਰਾਨਗੀ ਦੀ ਗੱਲ ਹੈ। ਪਰ ਇਹ ਮੈਂ ਰੰਧਾਵਾ ਸਾਹਿਬ ਇਸ ਤਰ੍ਹਾਂ ਹੈ ਕਿ ਤੁਹਾਡੇ ਰਸਤੇ ਵਿੱਚ ਕੋਈ ਪਤਾ ਨਹੀਂ ਤੁਹਾਨੂੰ ਕੀ ਕਿਹੜੀ ਆਪਰਚੁਨਿਟੀ ਮਿਲਿਆ। ਮੈਂ ਤੈਨੂੰ ਆਪਰਚੁਨਿਟੀ ਸਮਝਿਆ ਹੈਗਾ ਜੀ। ਮੈਂ ਜਾ ਰਿਹਾ ਸੀ ਸੈਕਰਾਮੈਂਟੋ ਓਕੇ। ਤੇ ਉੱਥੇ ਨਾ ਜਿਹੜੀ ਉਹ 50 ਪ੍ਰੋਮਿਨੈਂਟ ਸਿੱਖ ਦੀ ਜਿਹੜੀ ਉਹ ਉਹਨਾਂ ਨੇ ਸੈਰੇਮਨੀ ਮਨਾਉਣੀ ਸੀ, ਬੁੱਕ ਰਿਲੀਜ਼ ਕਰਨੀ ਸੀ ਤੇ ਮੈਂ ਜਦੋਂ ਜਾ ਰਿਹਾ ਸੀ ਤੇ ਇੱਥੇ ਬੇਕਰਸਫੀਲਡ ਸਾਡੇ ਇੱਕ ਫਿਲਮ ਮੇਕਰ ਹੈਗੇ ਕੁਲਜੀਤ ਸਿੰਘ ਕਰਕੇ ਮਲਹੋਤਰਾ ਸਾਹਿਬ, ਉਹ ਆਏ ਹੋਏ ਸੀ ਜੀ। ਉਹ ਕਹਿੰਦੇ ਮੈਂ ਵੀ ਤੁਹਾਡੇ ਨਾਲ ਸੈਕਰਾਮੈਂਟੋ ਜਾਣਾ ਚਾਹੁੰਦਾ। ਉਹ ਕਾਰ 'ਚ ਮੇਰੇ ਬੈਠ ਗਏ, ਅਸੀਂ ਦੋਨੋਂ ਇਕੱਠੇ ਚਲੇ ਗਏ। ਰਸਤੇ ਅਸੀਂ ਦਵਿੰਦਰ ਸਿੰਘ ਬੈਂਸ ਜਿਹੜੇ ਮੇਰੇ ਪਰਮ ਮਿੱਤਰ ਨੇ ਉਹਨਾਂ ਨੂੰ ਅਸੀਂ ਨਾਲ ਲਿਆ ਤੇ ਅਸੀਂ ਉੱਥੇ ਚਲੇ ਗਏ। ਤੇ ਰਸਤੇ 4 ਘੰਟੇ ਦਾ ਰਸਤਾ, ਜਿੱਦਾਂ ਹੁਣ ਆਪ ਜੀ ਵੀ ਉਸ ਇਲਾਕੇ ਤੋਂ ਆਏ ਹੋ 4 ਘੰਟੇ, ਉਹ ਰਸਤੇ 'ਚ ਗੱਲਾਂ ਕਰਦੇ ਗਏ ਤੇ ਮੈਂ ਉਹਨਾਂ ਕੋਲ ਗੱਲਾਂ ਕਰਦਾ ਸੀ ਤੇ ਉਹ ਕਹਿੰਦੇ ਮੈਂ ਇੱਕ ਮੂਵੀ ਬਣਾ ਰਿਹਾ। ਤੇ ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮਲਹੋਤਰਾ ਸਾਹਿਬ ਤੁਸੀਂ ਬੰਬੇ ਵਿੱਚ 19 ਮੂਵੀਆਂ ਆਲਰੇਡੀ ਬਣਾ ਚੁੱਕੇ ਹੋ, ਮੈਨੂੰ ਦੱਸੋ ਕਿ ਆਪਾਂ ਸਿੱਖ ਕਰੈਕਟਰ ਨੂੰ ਪ੍ਰਮੋਟ ਕਿੱਦਾਂ ਕਰ ਸਕਦੇ ਹਾਂ ਮੂਵੀ ਦੇ ਥਰੂ। ਅੱਛਾ। ਮੂਵੀ ਲਾਈਨ 'ਚ ਸਿੱਖ ਕਰੈਕਟਰ ਨੂੰ ਮੈਂ ਤੇ ਇੱਕ ਗੁਰੂ ਨਾਨਕ। ਇਹ ਮੂਵੀ ਕਿਹੜੀ ਹੈ, ਕੀ ਨਾਮ ਉਹਨਾਂ ਦਾ? ਇਹਦਾ ਨਾਮ ਹੈ ਅੰਤ, ਦ ਐਂਡ। ਦ ਐਂਡ। ਹਾਂ, ਅੰਤ ਆਉਂਦਾ ਪਹਿਲਾਂ ਅੱਖਰ, ਫਿਰ ਆਉਂਦਾ ਦ ਐਂਡ। ਓਕੇ। ਉਹ ਨਾਂ ਇਸ ਤਰ੍ਹਾਂ ਹੀ ਲੈਣਾ। ਹਿੰਦੀ ਮੂਵੀ ਹੈ ਕਿ ਪੰਜਾਬੀ? ਹਿੰਦੀ ਮੂਵੀ ਹੈ। ਅੱਛਾ। ਪਰ ਪੰਜਾਬੀ ਤੜਕਾ ਹੈਗਾ। ਵਾਹ ਜੀ ਵਾਹ। ਗਾਣੇ 2 ਹੈਗੇ, ਦੋਵਾਂ 'ਚ ਪੰਜਾਬੀ ਬੋਲਨੇ ਤੇ ਮੈਨੂੰ ਉਹਦੇ 'ਚ ਜੱਜ ਦਾ ਕਿਰਦਾਰ ਕਰਨ ਦਾ ਮੌਕਾ ਮਿਲਿਆ। ਜੱਜ ਮੈਂ ਡਾਕਟਰ ਸਾਹਿਬ ਨੂੰ ਜੱਜ ਬਣਾ ਦਿੱਤਾ ਗਿਆ। ਮੈਨੂੰ ਕਹਿੰਦੇ ਕਿ ਤੁਸੀਂ ਆਪ ਕਰੋ ਰੋਲ, ਤੁਸੀਂ ਦੂਜਿਆਂ ਨੂੰ ਕਿਉਂ ਕਹਿੰਦੇ ਹੋ ਕਿ ਚੰਗਾ ਕਿਰਦਾਰ ਸਿੱਖੀ ਦਾ ਹੋਣਾ ਚਾਹੀਦਾ। ਅੱਛਾ। ਤਾਂ ਮੈਂ ਕਿਹਾ ਮੈਂ ਕਹਿੰਦਾ ਪਰ ਮੈਂ ਕਰਨ ਨੂੰ ਤਿਆਰ ਹਾਂ, ਦੱਸੋ ਕੀ ਕਰਾਂ। ਕਹਿੰਦੇ ਤੁਸੀਂ ਜੱਜ ਦਾ ਰੋਲ ਕਰੋ ਫਿਰ। ਅੱਛਾ। ਉਹਨਾਂ ਨੇ ਮੈਨੂੰ ਆਫਰ ਕੀਤਾ, ਮੈਂ ਕਿਹਾ ਕਿ ਠੀਕ ਹੈ ਮੈਂ ਕਰ ਲਾਂਗਾ। ਮੈਂ ਬਿਲੀਵ ਕਰਦਾ ਹਾਂ ਕਿ ਤੁਸੀਂ ਸਿਰਫ ਕਹਿਣੇ ਨਾਲ ਗੱਲ ਹੀ ਕਰਨਾ ਵੀ ਹੁੰਦਾ ਹੈ। ਅੱਛਾ। ਤੁਸੀਂ ਹਿੰਦੀ 'ਚ ਡਾਇਲੌਗ ਬੋਲੋਗੇ ਪੰਜਾਬੀ 'ਚ? ਉਹਦੀ ਬੋਲ ਘੱਟ ਸੀ ਪਰ ਉਹਦੀ ਜਿਹੜਾ ਅੱਛਾ ਐਕਸ਼ਨ ਜ਼ਿਆਦਾ ਸੀ। ਐਕਸ਼ਨ ਕਿਉਂਕਿ ਉਹ ਜਿਹੜਾ ਆਰਡਰ ਹਾਂ ਕੇਵਲ ਹਿਲਾਣਾ ਸੀ ਔਰ ਆਰਡਰ ਦੇਣਾ ਸੀ। ਆਰਡਰ ਜਾਂ ਆਰਡਰ ਟੂ ਡੈਥ, ਕਿਉਂਕਿ ਬੰਦਾ ਬੜਾ ਕ੍ਰਿਮੀਨਲ ਸੀ ਔਰ ਬੜੇ ਮਰਡਰ ਕੀਤੇ ਸੀ ਉਹਨੇ। ਅੱਛਾ। ਤੋ ਉਸ ਦਿਨਾਂ ਦੀ ਗੱਲ ਹੈ ਜਦੋਂ ਕਾਨਪੁਰ ਦਾ ਗੈਂਗਸਟਰ ਜਿਹੜਾ ਵਿਕਾਸ ਦੁਬੇ ਫੜਿਆ ਗਿਆ ਸੀ ਔਰ ਫਾਲਸ ਇਨਕਾਊਂਟਰ ਵਿੱਚ ਮਾਰਿਆ ਗਿਆ ਸੀ, ਉਸ ਵੇਲੇ ਮੂਵੀ ਬਣ ਰਹੀ ਸੀ। ਤੇ ਉਸੇ ਵੇਲੇ ਫਿਰ ਮੈਨੂੰ ਬੜਾ ਫੀਲ ਹੁੰਦਾ ਸੀ ਕਿ ਯਾਰ ਪੁਲਿਸ ਮਹਿਕਮਾ ਜਿਹੜਾ ਹੈ ਉਹ ਜ਼ਿਆਦਤੀ ਕਿਉਂ ਕਰਦਾ ਹੈਗਾ। ਪੁਲਿਸ ਨੂੰ ਇਹ ਹੱਕ ਨਹੀਂ ਹੈਗਾ ਕਿ ਬੰਦੇ ਨੂੰ ਰਸਤੇ 'ਚ ਹੀ ਮਾਰ ਦੇਣਾ। ਓਕੇ। ਤੋ ਜੱਜ ਜਿਹੜਾ ਹੈਗਾ ਜਾਂ ਜਿਹੜੀ ਜਜਿੰਗ ਸਿਸਟਮ ਹੈ ਉਹਨੇ ਫੈਸਲਾ ਕਰਨਾ ਚਾਹੀਦਾ। ਓਕੇ। ਫੈਸਲਾ ਕਰਕੇ ਫਿਰ ਪੁਲਿਸ ਦੇ ਹਵਾਲੇ ਕਰਨਾ ਚਾਹੀਦਾ। ਪੁਲਿਸ ਪਹਿਲਾਂ ਹੀ ਫੈਸਲਾ ਕਰ ਰਹੀ ਤੇ ਜੱਜ ਦੀ ਮਹੱਤਤਾ ਤੇ ਖਤਮ ਹੋ ਗਈ, ਆਪਣੇ ਆਪ ਹੀ ਜਜਮੈਂਟ ਕਰ ਰਹੇ ਨੇ ਆਪ ਹੀ। ਤੇ ਉਹ ਫਿਰ ਮੈਂ ਜੱਜ ਦਾ ਰੋਲ ਉਸ ਪੁਆਇੰਟ ਆਫ ਵਿਊ ਨਾਲ ਮੈਂ ਸਵੀਕਾਰ ਕੀਤਾ ਔਰ ਅਪਣਾਇਆ। ਕਦੋਂ ਫਿਲਮ ਰਿਲੀਜ਼ ਹੋ ਰਹੀ ਹੈ? ਹਾਂਜੀ ਹੁਣ 11 ਨਵੰਬਰ ਨੂੰ ਉਹ ਥੀਏਟਰਾਂ 'ਤੇ ਰਿਲੀਜ਼ ਹੋ ਜਾਂਦੀ ਹੈ। ਅੱਛਾ। ਆਲ ਓਵਰ ਵਰਲਡ? ਆਲ ਓਵਰ ਦ ਵਰਲਡ। ਓਕੇ। 11th ਆਫ ਨਵੰਬਰ, ਕੋਵਿਡ ਕਰਕੇ ਲੇਟ ਹੋ ਗਈ ਹੈ ਪਰ 11th ਆਫ ਨਵੰਬਰ ਹੁਣ ਰਿਲੀਜ਼ ਡੇਟ ਅਨਾਉਂਸ ਹੋ ਗਈ ਹੈ ਮੇਰੀ। ਅੱਜ ਸਵੇਰੇ ਵੀ ਇਹ ਫੁੱਲ ਫਲੈਸ਼ ਫੈਮਿਲੀ ਡਰਾਮਾ ਕਿ ਸਿਰਫ ਥੋੜਾ ਬਹੁਤਾ ਮੂਵੀ ਹੈ ਇਹਦੇ ਵਿੱਚ? ਫੁੱਲ ਫਲੈਸ਼, ਟਿਪੀਕਲ ਫੁੱਲ ਫਲੈਸ਼ ਹਿੰਦੀ ਮੂਵੀ ਹੈ, 2 ਘੰਟੇ ਦੀ ਮੂਵੀ ਹੈ। ਅੱਛਾ। ਦਿਵਿਆ ਦੱਤਾ ਜਿਹੜੀ ਹੈ ਉਹ ਸਾਡੀ ਹੀਰੋਇਨ ਹੈਗੀ ਇਹਦੇ ਵਿੱਚ। ਮੁਕੁਲ ਦੇਵ ਵਿਲੋਨ ਦਾ ਰੋਲ ਕੀਤਾ ਔਰ ਬੜਾ ਅੱਛਾ ਰੋਲ ਉਸਨੇ ਕੀਤਾ ਹੈ। ਓਕੇ। ਤੇ ਗੀਤ ਸੰਗੀਤ ਵੀ ਹੈ ਨਾਲ? ਹਾਂਜੀ ਪੂਰਾ ਗੀਤ ਸੰਗੀਤ? 2 ਗੀਤ ਹੈਗੇ। ਇੱਕ ਗੀਤ ਜਿਹੜਾ ਹੈਗਾ ਉਹ ਬੂਟੀ ਸ਼ੇਕ ਕਰਕੇ ਕਲੱਬ ਡਾਂਸ ਹੈਗਾ ਜਿਹੜਾ ਕਿ ਹਿੰਦੀ ਮੂਵੀਆਂ ਵਿੱਚ ਹੁੰਦਾ ਹੈ ਕਿ ਇੱਕ ਡਾਂਸ ਹੋਣਾ, ਇੱਕ ਗਾਣਾ ਹੋਣਾ ਚਾਹੀਦਾ। ਤੇ ਦੂਜਾ ਸੀਰੀਅਸ ਹੈਗਾ ਕਿਉਂਕਿ ਦਿਵਿਆ ਦੱਤਾ ਦਾ ਹਸਬੈਂਡ ਸ਼ਰਾਬੀ ਕਬਾਬੀ ਹੁੰਦਾ ਤੇ ਉਹਨੂੰ ਛੱਡ ਕੇ ਔਰ ਬੱਚੀ ਨੂੰ ਛੱਡ ਕੇ ਚਲਾ ਜਾਂਦਾ ਤੇ ਉਹ ਬੜੀ ਦੁਖੀ ਹੁੰਦੀ ਹੈ। ਤੇ ਉਹਦੇ ਵਿੱਚ ਸਮੀਰ ਆਪਣੇ ਮਾਸਟਰ ਸਮੀਰ ਨੇ ਬੜਾ ਅੱਛਾ ਗਾਣਾ ਗਾਇਆ ਹੈਗਾ। ਰੱਬ ਨੂੰ ਉਲਾਮਾ ਦਿੱਤਾ ਹੈ ਕਿ ਵੀ ਮੈਂ ਕਿਹੜੀ ਗਲਤੀ ਕੀਤੀ ਜਿਹੜੀ ਮੈਨੂੰ ਸਜ਼ਾ ਮਿਲੀ ਹੈ। ਅੱਛਾ। ਤੇ ਉਸ ਤਰ੍ਹਾਂ ਦਾ ਬੜਾ ਸੀਰੀਅਸ ਸੌਂਗ ਹੈ। ਮਾਸਟਰ ਸਲੀਮ ਉਹਨੇ ਗਾਇਆ ਹੈਗਾ। ਦਿਵਿਆ ਦੱਤਾ ਤੇ ਫਿਲਮਾਇਆ ਗਿਆ ਗਾਣਾ ਹੈ ਕਿ ਬਈ ਹਸਬੈਂਡ ਚਲਾ ਗਿਆ, ਛੋਟੀ ਬੱਚੀ ਨੂੰ ਛੱਡ ਕੇ ਮੇਰੇ ਕੋਲ, ਔਰ ਮੇਰਾ ਰੋਲ ਉਹ ਦਿਵਿਆ ਦੱਤਾ ਦੇ ਫਾਦਰ ਦਾ ਹੈਗਾ।
ਮੈਂ ਉਹਦਾ ਫਾਦਰ ਵੀ ਹਾਂ ਤੇ ਜੱਜ ਵੀ ਹਾਂ। ਵਾਹ ਜੀ ਵਾਹ, ਕੀ ਬਾਤ ਹੈ। ਜਿਹੜਾ ਰੋਲ ਮੈਨੂੰ ਦੇ ਦਿੱਤਾ ਉਹਨਾਂ ਨੇ, ਮੈਂ ਲੈ ਲਿਆ। ਠੀਕ, ਨਹੀਂ ਬਹੁਤ ਵਧੀਆ ਜੀ। ਨਹੀਂ ਦੇਖੋ, ਗੱਲ ਤਾਂ ਇਹ ਆ ਡਾਕਟਰ ਸਾਹਿਬ, ਅਸੀਂ ਸਿੱਖ ਆਇਡੈਂਟੀਟੀ ਲਈ ਕੰਮ ਕਰ ਰਹੇ ਹਾਂ। ਜਿੱਥੇ ਵੀ ਸਾਨੂੰ ਮੌਕਾ ਮਿਲਦਾ, ਚਾਹੇ ਉਹ ਫਿਲਮ ਆ, ਚਾਹੇ ਪੋਲੀਟਿਕਸ ਆ, ਚਾਹੇ ਖੇਡ ਦਾ ਮੈਦਾਨ ਆ, ਚਾਹੇ ਕੋਈ ਹੋਰ ਸੋਸ਼ਲ ਸਰਵਿਸ ਆ, ਜਿੰਨਾ ਅਸੀਂ ਆਪਣਾ ਫੇਸ ਦੁਨੀਆ ਸਾਹਮਣੇ ਲੈ ਕੇ ਆਵਾਂਗੇ, ਉਨੀ ਸਾਡੀ ਆਇਡੈਂਟੀਟੀ ਜਿਹੜੀ ਆ ਉਹ ਵਧੂਗੀ। ਅਦਰਵਾਈਜ਼ ਬਹੁਤ ਜ਼ਿਆਦਾ ਇਸ ਵੇਲੇ ਜਿਹੜੀ ਸਿੱਖ ਕੌਮ ਆ ਉਹ ਸਟਰਗਲ 'ਚ ਜਾ ਰਹੀ ਆ। ਵਰਲਡ ਵਾਈਡ ਹੀ ਇਹਦੀ ਹਾਲੇ ਤੱਕ ਵੀ ਆਇਡੈਂਟੀਟੀ ਨਹੀਂ ਬਣੀ, ਭਾਵੇਂ ਕਿ ਸਾਨੂੰ 550 ਸਾਲ ਸਾਡੇ ਧਰਮ ਨੂੰ ਜਨਮ ਲਿਆ ਨੂੰ ਹੋ ਗਏ ਆ, ਪਰ ਹਾਲੇ ਤੱਕ ਵੀ ਆਮ ਲੋਕਾਂ ਵਿੱਚ ਇਹਦੇ ਬਾਰੇ ਬੜੇ ਭੁੱਲ ਭੁਲੇਖੇ ਆ ਕਿ ਇਹ ਪਤਾ ਨਹੀਂ ਕਿਹੜਾ ਧਰਮ ਆ, ਕੋਈ ਹੋਰ ਹੀ ਧਰਮ ਨਾਲ ਸਾਨੂੰ ਮਿਲਾ ਦਿੰਦੇ ਆ। ਹਾਂ, ਪਰ ਉਹਨੂੰ ਸੋਲਵ ਕਰਨ ਦਾ ਤਰੀਕਾ ਵੀ ਸਾਡੇ ਕੋਲ ਹੀ ਹੈ। ਹਰ ਸਿੱਖ ਤੁਹਾਡੇ ਹਾਰ, ਜਿੱਦਾਂ ਤੁਸੀਂ ਪੱਤਰਕਾਰ ਹੈਗੇ, ਜਰਨਲਿਸਟ ਹੈਗੇ, ਔਰ ਪੰਜਾਬ ਗਲੋਬ TV, ਪੰਜਾਬ ਮੇਲ ਜਿਹੜੀ ਹੈ ਉਹ ਨਿਊਜ਼ਪੇਪਰ ਵੀ ਬਣਾਉਂਦੇ ਹੋ, इतने सारे उपराले करते हो जी, ट्रैवल करते हो, तो मैं भी कुछ कोशिश कर सकता जितने करने जोगा हैं। तो मैं बिल बोर्ड से अपने तस्वीर इस करके लगाइया ने, मेरे 3 बिल बोर्ड है इस वे हाईवे 99, तो बंदा आंदा जांदा देखदा तो एक सिख पगड़ी की पहचान हो जाती है, स्ट्रेंजर एंजाइटी घट जाती है, एक्सेप्टेंस बढ़ जाती है। बिल्कुल, मैं ही तुहानूं मैं गल कहनी सी, जिस तरीके नाल बिल बोर्ड तुहाडे फ्रीवे 99 ते डॉक्टर साहब दे बिल बोर्ड लगे, बहुत लंबे समय तो लग रहे हैं। वो कोई ईजी काम नहीं, बड़ा खर्चा हुंदा ते बड़ा ਉਹਦਾ रेंट जिहड़ा बहुत ज़्यादा हुंदा। ਉਹ डॉक्टर साहब ने ਵੱਖ-ਵੱਖ ਥਾਵਾਂ ਤੇ ਬੇਕਰਸਫੀਲਡ ਏਰੀਆ 'ਚ 99 ਦੇ ਉੱਤੇ ਲਵਾਏ ਆ, ਆਪਣੀ ਫੋਟੋ ਲਾ ਕੇ ਨਾਲ, ਬਹੁਤ ਵੱਡੀ ਫੋਟੋ ਆ। ਉਹ ਜਿਹੜਾ ਵੀ ਉੱਥੋਂ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਲੋਕ ਲੰਘਦੇ, ਜਿਹੜੇ ਵੀ ਲੰਘਦੇ ਆ, ਉਹ ਦੇਖ ਕੇ ਜਾਂਦੇ ਆ, ਯਾਰ ਇਹ ਕੋਈ ਬੰਦਾ ਕੋਈ ਕਿਹੜੇ ਮਜ਼ਹਬ ਦਾ। ਉਹ ਫਿਰ ਗੂਗਲ ਵੀ ਚੈੱਕ ਕਰਦੇ ਆ ਵੀ ਉਹ ਜੇ ਤੁਹਾਡਾ ਨਾਮ ਮਨਬੀਰ ਸਿੰਘ ਉੱਥੇ ਲਿਖਿਆ ਨਾਲ, ਉਹਨੂੰ ਪਾ ਕੇ ਦੇਖਣਗੇ ਵੀ ਇਹ ਕਿਹੜੀ ਕਮਿਊਨਿਟੀ 'ਚ ਹੁੰਦੇ ਆ। ਤੇ ਹਜ਼ਾਰਾਂ ਲੱਖਾਂ ਲੋਕਾਂ ਨੂੰ ਇਹ ਜਿਹੜਾ ਇੱਕ ਬੜਾ ਵਧੀਆ ਸੰਦੇਸ਼ ਜਾਂਦਾ ਸਾਡੇ ਸਿੱਖਾਂ ਬਾਰੇ, ਉਹਨਾਂ ਨੂੰ ਪਤਾ ਲੱਗਦਾ। ਮੇਰੇ ਖਿਆਲ ਦਸਤਾਰ ਦੇ ਵਾਸਤੇ ਪਤਾ ਲੱਗਦਾ। ਦਸਤਾਰ ਕਰਕੇ ਕਹਿ ਰਹੇ, ਦਸਤਾਰ ਕਰਕੇ ਹੀ, ਦਸਤਾਰ ਕਰਕੇ ਉਹਦਾ ਹੀ ਸਭ ਤੋਂ ਜ਼ਿਆਦਾ ਮਾਰਕੀਟਿੰਗ ਹੁੰਦੀ ਹੈ। ਕਿਉਂਕਿ ਮਨਬੀਰ ਸਿੰਘ ਨਾਲ ਲਿਖਿਆ ਹੁੰਦਾ, ਸਿੰਘ ਦੇਖਦੇ ਵੀ ਕੌਣ ਹੁੰਦੇ ਆ, ਤਾਂ ਫਿਰ ਉਹਦੇ 'ਚ ਜਦੋਂ ਹੋਰ ਵੀ ਸਿੰਘ ਫੋਟੋਆਂ ਆ ਜਾਂਦੀਆਂ, ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਸਿੱਖ ਧਰਮ ਹੈ। ਸਿੱਖ ਧਰਮ ਦੇ ਬੜੀ ਵੱਡੀ ਇੱਕ ਤੁਹਾਡੀ ਜਿਹੜੀ ਹੈਗੀ ਆ, ਮੈਨੂੰ ਲੱਗਦਾ ਉਹਦਾ ਫਾਇਦਾ ਹੈਗਾ, ਆਪਣੇ ਪੰਥ ਨੂੰ ਉਹਦਾ ਫਾਇਦਾ ਹੈਗਾ, ਸਿੱਖ ਧਰਮ ਨੂੰ ਉਹਦਾ ਫਾਇਦਾ ਹੈਗਾ। ਤਾਂ ਪੰਥੀ ਕੰਮ ਕਰਨਾ ਮੇਰਾ ਇੱਕ ਜਜ਼ਬਾ ਹੈਗਾ, ਇੱਕ ਮੇਰਾ ਸ਼ੌਕ ਹੈ, ਉਹ ਮੈਂ ਕਰਦਾ ਹਾਂ। ਡਾਕਟਰ ਸਾਹਿਬ, ਇਸੇ ਕਰਕੇ ਅਸੀਂ ਇੰਨੀ ਦੂਰੋਂ ਪੰਜਾਬ ਮੇਲ ਦੀ ਟੀਮ ਲੈ ਕੇ ਤੁਹਾਡੇ ਜੀਵਨ ਬਾਰੇ ਅਸੀਂ ਇੱਥੇ ਜਾਣਨ ਆਏ ਹਾਂ ਕਿ ਕੀ ਰੀਜ਼ਨ ਹੈ ਤੁਹਾਡੀ ਸਕਸੈਸ ਲਾਈਫ ਦਾ, ਤੁਹਾਡੇ ਸਕਸੈਸ ਬਿਜ਼ਨਸ ਦਾ, ਤੁਹਾਡੇ ਆਲਾ ਦੁਆਲਾ ਜਿਹੜਾ ਜੋ ਵੀ ਤੁਸੀਂ ਇੱਥੇ ਸਿੱਖ ਕਮਿਊਨਿਟੀ ਲਈ ਕੀਤਾ, ਇਹ ਇੱਕ ਬੜਾ ਵੱਡਾ ਯੋਗਦਾਨ ਅਸੀਂ ਕਹਿ ਸਕਦੇ ਹਾਂ ਸਾਡੀ ਕਮਿਊਨਿਟੀ ਲਈ। ਅਸੀਂ ਹਮੇਸ਼ਾ ਹੀ, ਮੇਰਾ ਖਿਆਲ ਆ ਵੀ ਇਸ ਦੇ ਸਾਨਮੰਦ ਰਵਾਂਗੇ। ਇਸ ਤੋਂ ਬਾਅਦ ਇੱਕ ਤੁਹਾਡੀ ਹੁਣ ਲਾਸਟ ਆਪਾਂ ਗੱਲ ਕਰ ਲਈ ਹੈ ਕਿ ਇੱਕ ਬੁੱਕ ਆਲਰੇਡੀ ਛਪ ਚੁੱਕੀ ਹੈ, ਉਹਦੇ ਵਿੱਚ 550 ਸਾਲਾ ਜਿਹੜਾ ਜਨਮ ਸ਼ਤਾਬਦੀ ਸੀਗੀ ਬਾਬੇ ਨਾਨਕ ਦੀ, ਉਦੋਂ ਇੱਕ ਕਿਤਾਬ ਬੜੀ ਵਧੀਆ ਛਪੀ, ਉਹਦੇ ਵਿੱਚ ਤੁਸੀਂ ਵੀ ਇੱਕ ਤੁਹਾਡੇ ਬਾਰੇ ਵੀ ਉਹਦੇ ਵਿੱਚ ਲਿਖਿਆ ਗਿਆ। ਅੱਛਾ ਜੀ। ਤੇ ਉਹ ਬੜਾ ਇੱਕ, ਉਹ ਵੀ ਇੱਕ ਇਹੋ ਜਿਹੀ ਚੀਜ਼ ਆ, ਉਹ ਬੁੱਕ ਜਦੋਂ ਗੋਰਿਆਂ ਕੋਲ ਜਾਂਦੀ ਆ, ਲਾਇਬ੍ਰੇਰੀ 'ਚ ਪਈ ਹੁੰਦੀ ਆ, ਉੱਥੇ ਵੀ ਉਹ ਦੇਖਦੇ ਆ ਵੀ ਹੂ ਦਾ ਸਿੱਖ ਸਾਰ, ਤੇ ਇਹਦੇ ਨਾਲ ਵੀ ਬੜੀ ਸਾਡੀ ਆਇਡੈਂਟੀਟੀ ਬਣਦੀ ਆ। ਮੇਰੇ ਖਿਆਲ ਨਾਲ ਉਹ ਗੁਰਬਾਣੀ ਤੋਂ ਕਹਿੰਦੀ ਜਿਨ ਸੇਵਿਆ ਤਿਨ ਪਾਇਆ ਮਾਨ। ਤੁਸੀਂ ਆਪਣਾ ਕੰਮ ਚੰਗਾ ਕਰੀ ਚਲੋ, ਮਾਨ ਆਪਣੇ ਆਪ ਮਿਲਦਾ ਜਾਏਗਾ, ਤੁਹਾਡੇ ਪਿੱਛੇ ਪਿੱਛੇ ਆ। ਮੈਨੂੰ ਜਦੋਂ ਇੰਦੌਰ ਵਾਲਿਆਂ ਨੇ ਬੁਲਾਇਆ, ਜਿੱਥੇ ਦਾ ਮੈਂ ਮੇਰੀ ਜੰਮਪਾਲ ਹੈ, ਉਹਨਾਂ ਨੇ ਕਿਹਾ ਕਿ ਮਾਤਾ ਗੁਜਰੀ ਅਵਾਰਡ ਤੁਹਾਨੂੰ ਅਸੀਂ ਦੇ ਰਹੇ ਹਾਂ। ਮੈਂ ਬੜਾ ਹੈਰਾਨ ਕਿ ਬਈ ਮੈਨੂੰ ਕਿਉਂ ਦੇ ਰਹੇ ਹੋ, ਮੈਂ ਤਾਂ ਇੰਦੌਰ ਰਹਿੰਦਾ ਨਹੀਂ, ਮੈਂ ਤਾਂ 26 ਸਾਲ ਦਾ ਹੋ ਕੇ ਆ ਗਿਆ, ਇਤਨੇ ਸਾਲ ਹੋ ਗਏ, ਤੇ ਮਾਤਾ ਗੁਜਰੀ ਅਵਾਰਡ ਮੈਨੂੰ ਕਿਉਂ ਦੇ ਰਹੇ ਹੋ? ਕਹਿੰਦੇ ਕਿ ਨਹੀਂ, ਅਸੀਂ ਪੜਚੋਲ ਕੀਤੀ, ਸਾਡੀ ਕਮੇਟੀ ਨੇ ਤੁਹਾਡਾ ਨਾਮ ਵਿਚਾਰ ਕਰਕੇ ਕਨਫਰਮ ਕੀਤਾ, ਤੁਸੀਂ ਇੱਥੇ ਆਓ ਔਰ ਆਪਣਾ ਇਨਾਮ ਲੈ ਜਾਓ। ਮੈਨੂੰ 2019 ਵਿੱਚ ਉੱਥੇ ਜਾਣਾ ਪਿਆ, ਔਰ ਉੱਥੇ ਮੈਂ ਮਾਤਾ ਗੁਜਰੀ ਰਿਸੀਪੀਐਂਟ ਅਵਾਰਡ ਲੈ ਕੇ ਆਇਆ। मैं अपने क्लास के जितने सी स्टूडेंट्स अपने कलीग सारे बुलाए कि सारे आओ जी, तो हिंदी भाषी सारे सी, क्योंकि इंदौर तो मसीही भाषी इलाका है। तो वो फिर मैंने उन्होंने कहा कि तुम हिंदी में बोलना है। वो मेरे वास्ते थोड़ा जहा डिफिकल्ट सी, पर मैं उत्थे गया तो मैं अपनी हिंदी रिवाइव की थी। मैं चलो तुम कहते मैं हिंदी भी बोल लेना, कि हालांकि उन अपनी वरतों नहीं कर पाता इतनी हिंदी की। जी जी, पर मैं बोलिया बड़ा अच्छा, आपने बोले मैं दसिया है ठीक है कि आपने मुझे जो सत्कार दिया, मैं आपका धन्यवाद करता हूँ। बहुत अच्छे डॉक्टर साहब, ਤੁਸੀਂ ਅੱਜ ਬੜੀ ਵਧੀਆ ਜਾਣਕਾਰੀ ਸਾਨੂੰ ਦਿੱਤੀ ਆ। ਸਾਨੂੰ ਉਮੀਦ ਹੈ ਕਿ ਸਾਡੇ ਜਿਹੜੇ ਦਰਸ਼ਕ ਆ ਉਹ ਜ਼ਰੂਰ ਇਹਨਾਂ ਗੱਲਾਂ ਬਾਤਾਂ ਤੋਂ ਫਾਇਦਾ ਉਠਾਉਣਗੇ। ਬਹੁਤ ਸਾਰੀ ਜਾਣਕਾਰੀ ਉਹਨਾਂ ਨੂੰ ਮਿਲੀ ਹੋਊਗੀ ਤੇ ਬੜੀ ਉਹਨਾਂ ਨੂੰ ਇਨਕਰੇਜਮੈਂਟ ਵੀ ਮਿਲੀ ਹੋਊਗੀ। ਅਸੀਂ ਦੋਸਤੋ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਇਹ ਜਿਹੜੀ ਇੰਟਰਵਿਊ ਪੰਜਾਬ ਮੇਲ USA TV ਤੋਂ ਇਲਾਵਾ ਸਾਡੇ ਸੋਸ਼ਲ ਮੀਡੀਆ ਤੇ ਵੀ ਤੁਸੀਂ ਦੇਖ ਸਕਦੇ ਹੋ। ਜੇ ਇਹ ਲੇਟ ਹੋ ਗਏ ਹੋ,
ਤੁਸੀਂ ਆਪਣਾ ਚੈਨਲ ਔਨ ਕਰਨ ਤੋਂ ਸਾਰੀ ਨਹੀਂ ਦੇਖ ਸਕੇ ਤੇ ਤੁਸੀਂ ਕਦੇ ਵੀ YouTube ਤੇ ਪੰਜਾਬ ਮੇਲ USA ਸਬਸਕ੍ਰਾਈਬ ਕਰੋ ਤੇ ਉਹਦੇ ਵਿੱਚ ਇਹ ਇੰਟਰਵਿਊ ਜਿਹੜੀ ਆ ਤੁਸੀਂ ਦੁਬਾਰਾ ਦੇਖ ਸਕਦੇ ਹੋ, ਜਾਂ ਸਾਡੇ Facebook ਤੇ ਜਾਂ ਹੋਰ ਸੋਸ਼ਲ ਮੀਡੀਆ ਜਿਹੜੇ ਸਾਡੇ ਹੈਗੇ ਆ ਪੰਜਾਬ ਮੇਲ USA ਦੇ, ਉੱਥੇ ਵੀ ਇਹ ਇੰਟਰਵਿਊ ਦੇਖੀ ਜਾ ਸਕਦੀ ਹੈ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮਚ। ਅੰਤ ਵਿੱਚ ਮੈਂ ਪੰਜਾਬ ਮੇਲ ਦਾ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਪੂਰਾ ਦਿਨ ਆਪਣਾ ਇਤਨਾ ਲੰਬੀ ਯਾਤਰਾ ਕਰਕੇ ਸਾਡੇ ਬੇਕਰਸਫੀਲਡ ਆਏ ਆ। ਸੋ ਪੰਜਾਬ ਮੇਲ ਦਾ ਔਰ ਤੁਹਾਡਾ ਰੰਧਾਵਾ ਸਾਹਿਬ ਬਹੁਤ ਬਹੁਤ ਧੰਨਵਾਦ। ਤਾਂ ਸਾਡਾ ਸੁਭਾਗ ਹੈ ਜੀ, ਧੰਨਵਾਦ, ਥੈਂਕ ਯੂ।